ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਪੈਸ ਦਾ ਟੈਸਟ ਜਿਹੜਾ ਸਾਡੇ ਕੋਲ ਸਤੰਬਰ ਐਗਜ਼ਾਮ ਬਾਈ ਮੰਥਲੀ ਸਾਡਾ ਹੋਣ ਜਾ ਰਿਹਾ ਹੈ, ਉਸੇ ਦਾ ਮੈਥ ਦਾ ਸੈਂਪਲ ਪੇਪਰ ਅੱਜ ਦੀ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਸੋਲਵ ਕਰਾਂਗੇ। ਜਿਵੇਂ ਤੁਹਾਨੂੰ ਕੁਐਸਚਨ ਪੇਪਰ ਜਿਹੜਾ ਪੁੱਛਿਆ ਜਾਣਾ ਹੈ, ਜਿਵੇਂ ਕੁਐਸਚਨ ਪੁੱਛੇ ਜਾਣੇ ਨੇ, ਜਿਸ ਢੰਗ ਦਾ ਪੇਪਰ ਜਿਹੜਾ ਤੁਹਾਨੂੰ ਸਤੰਬਰ ਦੇ ਵਿੱਚ ਜੋ 21 ਤਰੀਕ ਤੋਂ ਸਾਡੀ ਡੇਟ ਸ਼ੀਟ ਜਿਹੜੀ ਆਈ ਹੋਈ ਹੈ, ਐਗਜ਼ਾਮ ਸਟਾਰਟ ਹੋਣ ਜਾ ਰਹੇ ਹੈ, ਉਸੇ ਹੀ ਢੰਗ ਦਾ ਇੱਕ ਸੈਂਪਲ ਪੇਪਰ ਜਿਹੜਾ ਅਸੀਂ ਅੱਜ ਇਸ ਵੀਡੀਓ ਲੈਸਨ ਦੇ ਵਿੱਚ ਸੋਲਵ ਕਰਾਂਗੇ। ਲਗਭਗ 20 ਕੁਐਸਚਨ ਜਿਹੜੇ ਆਪਾਂ ਇਹਦੇ 'ਚ ਹੋਣਗੇ, 20 ਕੁਐਸਚਨ ਹੋਣਗੇ। ਇੱਕ ਇੱਕ ਕੁਐਸਚਨ ਨੂੰ ਬੜੇ ਧਿਆਨ ਦੇ ਨਾਲ ਆਪਾਂ ਸਮਝ ਕੇ ਕਰਨਾ ਹੈ ਤੇ ਇਹਦੇ 'ਚ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ। ਤੇ ਜੋ ਸਾਡਾ ਸਿਲੇਬਸ ਹੈ ਉਹਦੀ ਦੁਹਰਾਈ ਵੀ ਇਸ ਲੈਸਨ ਦੇ ਵਿੱਚ ਅਸੀਂ ਕਰਾਂਗੇ। ਹਰ ਇੱਕ ਕੁਐਸਚਨ ਨੂੰ ਨੋਟ ਵੀ ਕਰਨਾ ਹੈ। ਜੇ ਕੋਈ ਪੁਰਾਣੀ ਚੀਜ਼ ਜਿਹੜੀ ਤੁਹਾਨੂੰ ਪਹਿਲਾਂ ਆਉਂਦੀ ਹੈ ਤਾਂ ਉਹਦੀ ਰਿਵੀਜ਼ਨ ਹੋ ਜਾਏਗੀ, ਦੁਹਰਾਈ ਹੋ ਜਾਏਗੀ। ਜੇ ਕੋਈ ਚੀਜ਼ ਨਵੀਂ ਸਿੱਖਣ ਨੂੰ ਮਿਲਦੀ ਹੈ ਤਾਂ ਉਹਨੂੰ ਨੋਟ ਜ਼ਰੂਰ ਕਰ ਲੈਣਾ ਹੈ, ਠੀਕ ਹੈ। ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ ਤਾਂ ਉਹ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਵੀਡੀਓ ਨੂੰ ਰਿਪੀਟ ਕਰਕੇ ਦੇਖ ਸਕਦੇ ਹੋ। ਪਹਿਲੇ ਕੁਐਸਚਨ ਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਅਗਰ ਹੋ ਜਾਂਦਾ ਹੈ ਬਹੁਤ ਵਧੀਆ, ਨਹੀਂ ਹੁੰਦਾ ਫਿਰ ਵੀ ਕੋਈ ਗੱਲ ਨਹੀਂ, ਫਿਰ ਵੀਡੀਓ ਨੂੰ ਅੱਗੇ ਦੇਖੋ ਤੇ ਉਹਦਾ ਹੱਲ ਜਿਹੜਾ ਉਹ ਦੇਖ ਕੇ ਉਹਨੂੰ ਸਿੱਖਣ ਦੀ ਕੋਸ਼ਿਸ਼ ਆਪਾਂ ਕਰਨੀ ਹੈ, ਠੀਕ ਹੈ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ, ਸੈਂਪਲ ਪੇਪਰ 8th मैथमेटिक्स, ठीक है जी। तो पहला सवाल साडे कोल है 5। तुसीं देख सकते हो इत्थे स्क्रीन दे उत्ते 5 ते 5 नूं जेकर भाग करदे हां असीं 3/4 दे नाल, मैं नाल इत्थे लिख भी देना है 5 भाग 3/4। इहनूं असीं बराबर लिख सकते हां 5 गुणा, और इत्थे खाली स्थान है। जेकर असीं भाग दी गुणा बना दईए तां जिहड़ी पिछे वाली ये साडे कोल संख्या इहदा की हुंदा है, ਇਹਦਾ ਅਸੀਂ ਉੱਤਰ ਦੇਣਾ। 4 ਵਿਕਲਪ ਸਾਨੂੰ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚੋਂ ਅਸੀਂ ਜਿਹੜਾ ਉੱਤਰ ਹੈ ਉਹ ਲੱਭ ਕੇ ਲਿਖਣਾ ਹੈ। ਪਹਿਲਾ ਹੈ A, ਰੈਸੀਪ੍ਰੋਕਲ ਆਫ 4/3, 4/3 ਦਾ ਉਲਟ ਕਰਮ। ਦੂਜਾ ਹੈ ਰੈਸੀਪ੍ਰੋਕਲ ਆਫ 3/4, 3/4, 3/4 ਦਾ ਉਲਟ ਕਰਮ। C ਜਿਹੜੀ ਆਪਸ਼ਨ ਹੈ ਉਹ ਸਾਡੇ ਕੋਲ -4/3 ਹੈ। D ਆਪਸ਼ਨ ਹੈ -3/4। ਜਦੋਂ ਵੀ ਅਸੀਂ ਇਸ ਢੰਗ ਦੇ ਨਾਲ ਭਾਗ ਨੂੰ ਗੁਣਾ ਦੇ ਵਿੱਚ ਬਦਲਦੇ ਹਾਂ ਤਾਂ ਜਿਹੜੀ ਸਾਡੇ ਕੋਲ ਪਿੱਛੇ ਵਾਲੀ ਪ੍ਰਮੇਯ ਸੰਖਿਆ ਹੁੰਦੀ ਹੈ, ਪਿੱਛੇ ਵਾਲੀ ਸੰਖਿਆ ਹੁੰਦੀ ਉਹਦਾ ਅਸੀਂ ਉਲਟ ਕਰਮ ਕਰਦੇ ਹਾਂ, ਦਾ ਰੈਸੀਪ੍ਰੋਕਲ ਲੈਂਦੇ ਹਾਂ। तो 3/4 ਦਾ ਰੈਸੀਪ੍ਰੋਕਲ ਜਿਹੜਾ ਅਸੀਂ ਇੱਥੇ ਲਵਾਂਗੇ ਤਾਂ ਸਾਡੇ ਕੋਲ ਜਿਹੜੀ B ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਇਸ ਸਵਾਲ ਦਾ ਜਵਾਬ ਜਿਹੜਾ ਸਾਡੇ ਕੋਲ B ਆਪਸ਼ਨ ਹੋਏਗੀ ਕਿ ਜਦੋਂ ਅਸੀਂ ਭਾਗ ਨੂੰ ਗੁਣਾ ਦੇ ਵਿੱਚ ਬਦਲਿਆ ਤਾਂ ਜਿਹੜੀ ਪਿੱਛੇ ਵਾਲੀ ਸੰਖਿਆ ਹੈ ਉਹਦਾ ਅਸੀਂ ਰੈਸੀਪ੍ਰੋਕਲ ਲਵਾਂਗੇ, ਉਲਟ ਕਰਮ ਲਵਾਂਗੇ, ਠੀਕ ਹੈ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਸਮ ਆਫ ਦ ਡਿਜਿਟਸ ਆਫ 2 ਡਿਜਿਟ ਨੰਬਰ ਇਜ਼ 8। When we interchange the digits, it is found that the resulting new number is less than the original number by 54. What is the 2 digit number? ਦੋ ਅੰਕਾਂ ਦੇ ਅੰਕਾਂ ਦਾ ਜੋੜ, ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜ 8 ਹੈ। ਅੰਕਾਂ ਦਾ ਸਥਾਨ ਬਦਲਣ ਤੇ ਪ੍ਰਾਪਤ ਹੋਈ ਸੰਖਿਆ ਮੂਲ ਸੰਖਿਆ ਤੋਂ 54 ਘੱਟ ਹੈ। ਦੋ ਅੰਕਾਂ ਵਾਲੀ ਸੰਖਿਆ ਕਿਹੜੀ ਹੈ? ਤੋ ਇਹਦੇ ਵਿੱਚ ਇਹਦਾ ਕੀ ਤਰੀਕਾ, ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਮੰਨ ਲਵਾਂਗੇ ਕੋਈ ਵੀ ਜਦੋਂ ਅਸੀਂ ਦੋ ਅੰਕਾਂ ਵਾਲੀ ਸੰਖਿਆ ਲਿਖਦੇ ਹਾਂ ਤਾਂ ਉਹਦੇ ਵਿੱਚ ਇੱਕ ਸਾਡੇ ਕੋਲ ਇਕਾਈ ਦਾ ਅੰਕ ਹੁੰਦਾ ਹੈ ਔਰ ਦੂਜਾ ਜਿਹੜਾ ਸਾਡੇ ਕੋਲ ਉਹ ਦਹਾਈ ਦਾ ਅੰਕ ਹੁੰਦਾ ਹੈ। ਤੋ ਮੰਨ ਲਓ ਇਕਾਈ ਦਾ ਅੰਕ ਜਿਹੜਾ ਸਾਡੇ ਕੋਲ x ਹੈ, ਮੰਨ ਲਓ ਇਕਾਈ ਦਾ ਅੰਕ ਬਰਾਬਰ x ਤੇ ਦਹਾਈ ਦਾ ਜਿਹੜਾ ਅੰਕ ਹੈ ਉਹਨੂੰ ਆਪਾਂ y ਮੰਨ ਲੈਂਦੇ ਹਾਂ, ठीक है। दहाई ਦਾ ਅੰਕ ਬਰਾਬਰ y। ਅਗਰ x ਇਕਾਈ ਦਾ ਅੰਕ ਹੈ, y ਜਿਹੜਾ ਦਹਾਈ ਦਾ ਅੰਕ ਹੈ, ਤਾਂ ਸੰਖਿਆ ਜਿਹੜੀ ਸਾਡੇ ਕੋਲ ਕੀ ਹੋ ਜਾਏਗੀ, ਦਹਾਈ ਦੇ ਅੰਕ ਨੂੰ ਅਸੀਂ 10 ਦੇ ਨਾਲ ਗੁਣਾ ਕਰਾਂਗੇ, ਸਾਡੇ ਕੋਲ 10y ਆ ਜਾਏਗਾ ਜਮਾ x ਆ ਜਾਏਗਾ, ਠੀਕ ਹੈ। ਇਹ ਸਾਡੇ ਕੋਲ ਸੰਖਿਆ ਜਿਹੜੀ ਉਹ ਬਣ ਜਾਏਗੀ। ਤੋ ਇਹਦੇ ਵਿੱਚ ਪ੍ਰਸ਼ਨ ਦੀ ਸ਼ਰਤ ਅਨੁਸਾਰ ਕੀ ਹੈ, ਇੱਕ ਤੇ ਪਹਿਲੀ ਸ਼ਰਤ ਹੈ ਕਿ ਦੋਨੋਂ ਅੰਕਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 8 ਹੈ। ਪ੍ਰਸ਼ਨ ਅਨੁਸਾਰ x जमा y बराबर 8, पहली चीज़ ਤਾਂ ਹੈ। दूसरा ਕੀ ਹੈ ਕਿ ਜਦੋਂ ਅਸੀਂ ਇਹ ਜਿਹੜੀ ਸੰਖਿਆ ਹੈ ਇਹਦੇ ਵਿੱਚ ਅੰਕਾਂ ਦਾ ਸਥਾਨ ਉਲਟਾਵਾਂਗੇ ਤਾਂ ਜਿਹੜੀ ਨਵੀਂ ਬਣ ਰਹੀ ਸੰਖਿਆ ਹੈ ਉਹ ਪਹਿਲੀ ਵਾਲੀ ਸੰਖਿਆ ਤੋਂ 54 ਘੱਟ ਹੈ। ਸੰਖਿਆ ਦੇ ਅੰਕਾਂ ਦਾ ਜੇਕਰ ਅਸੀਂ ਪਹਿਲਾਂ ਇਹ ਸੰਖਿਆ ਭਾਵ ਹੈ ਕਿ ਇਹ ਸੰਖਿਆ ਦੇ ਜਦੋਂ ਅਸੀਂ ਅੰਕਾਂ ਦਾ ਸਥਾਨ ਉਲਟਾਵਾਂਗੇ ਤਾਂ ਇਹ ਸੰਖਿਆ ਦੇ ਨਾਲੋਂ ਨਵੀਂ ਸੰਖਿਆ ਜਿਹੜੀ ਉਹ 54 ਘੱਟ ਹੋਏਗੀ। ਇਹਦਾ ਮਤਲਬ ਇਹ ਸਾਡੇ ਕੋਲ ਪਹਿਲੀ ਸੰਖਿਆ ਹੈ 10y ਜਮਾ x। ਇਹਦੇ ਵਿੱਚੋਂ ਜਦੋਂ ਅਸੀਂ ਮਾਈਨਸ ਕਰਾਂਗੇ ਅੰਕਾਂ ਦੇ ਸਥਾਨ ਨੂੰ ਉਲਟਾ ਕੇ ਬਣੀ ਸੰਖਿਆ ਨੂੰ, ਭਾਵ 10x ਜਮਾ y ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ 54 ਆਏਗਾ, ਠੀਕ ਹੈ। ਤੋ ਇਹਦੇ ਵਿੱਚ ਅਸੀਂ ਦੇਖ ਲੈਣੇ ਇਹਨੂੰ ਹੁਣ ਸਿੰਪਲੀਫਾਈ ਕਰਕੇ, ਠੀਕ ਹੈ। ਕੀ ਸਾਡੇ ਕੋਲ ਸਮੀਕਰਨ ਬਣਦੀ ਹੈ 10y ਜਮਾ x ਮਾਈਨਸ 10x ਮਾਈਨਸ y ਬਰਾबर 54, ठीक है।
तो 10y ਦੇ ਵਿੱਚੋਂ y ਜੇਕਰ ਅਸੀਂ ਮਾਈਨਸ ਕਰਾਂਗੇ ਸਾਡੇ ਕੋਲ 9y ਬਣ ਜਾਏਗਾ। x ਦੇ ਵਿੱਚੋਂ 10 ਮਾਈਨਸ ਕਰਾਂਗੇ ਸਾਡੇ ਕੋਲ -9x ਬਣ ਜਾਏਗਾ। -9x ਬਰਾਬਰ 54 ਆ ਜਾਏਗਾ। ਠੀਕ ਹੈ, तो इस समीकरण ਨੂੰ ਆਪਾਂ ਦੋਨੋਂ ਪਾਸੇ 9 ਦੇ ਨਾਲ ਭਾਗ ਕਰ ਦਿੰਦੇ ਹਾਂ। 9y ਨੂੰ 9 ਨਾਲ ਭਾਗ ਕਰਾਂਗੇ ਸਾਡੇ ਕੋਲ y ਹੋ ਜਾਏਗਾ, 9x ਨੂੰ 9 ਨਾਲ ਭਾਗ ਕਰਾਂਗੇ ਸਾਡੇ ਕੋਲ x ਹੋ ਜਾਏਗਾ, 54 ਨੂੰ 9 ਨਾਲ ਭਾਗ ਕਰਾਂਗੇ ਸਾਡੇ ਕੋਲ 6 ਹੋ ਜਾਏਗਾ। ਠੀਕ ਹੈ, y - x ਬਰਾਬਰ 6 ਹੋ ਗਿਆ ਸਾਡੇ ਕੋਲ, ਤੇ x ਜਮਾ y ਬਰਾਬਰ 8 ਹੋ ਗਿਆ। ਇਹਨੂੰ ਅਸੀਂ ਸਮੀਕਰਨ 1 ਮੰਨ ਲੈਂਦੇ ਹਾਂ, ਇਹਨੂੰ ਅਸੀਂ ਸਮੀਕਰਨ 2 ਮੰਨ ਲੈਂਦੇ। ਠੀਕ ਹੈ, ਤਾਂ ਹੁਣ ਇਹ ਦੋਨੋਂ ਸਮੀਕਰਨਾਂ ਨੂੰ ਵਰਤ ਕੇ ਇਹਨਾਂ ਦੀ ਵਰਤੋਂ ਕਰਕੇ ਅਸੀਂ x ਤੇ y ਦੀ ਜਿਹੜੀ ਕੀਮਤ ਹੈ ਉਹ ਪਤਾ ਕਰਾਂਗੇ। ਠੀਕ ਹੈ, 1 ਅਤੇ 2 ਨੂੰ ਜੋੜਨ ਤੇ 1 ਅਤੇ 2 ਦੋਨਾਂ ਨੂੰ ਜੋੜ ਦਿਓ, ਉਹਦੇ ਨਾਲ ਕੀ ਹੋਏਗਾ, x ਜਮਾ ਦਾ ਹੈ x ਘਟਾਓ ਦਾ ਹੈ, ਦੋਨੋਂ ਆਪਸ ਦੇ ਵਿੱਚ ਕੱਟੇ ਜਾਣਗੇ। ਠੀਕ ਹੈ, 1 ਅਤੇ 2 ਨੂੰ ਜੋੜਨ ਤੇ ਇੱਕ ਅਤੇ 2 ਨੂੰ ਜੋੜਨ ਤੇ ਸਾਡੇ ਕੋਲ ਬਣ ਜਾਂਦਾ ਹੈ x ਜਮਾ y ਜਮਾ y - x। ਖੱਬੇ ਪਾਸੇ ਦੇ ਵਿੱਚ ਖੱਬਾ ਪਾਸਾ ਅਸੀਂ ਜੋੜ ਦਿੱਤਾ। ਠੀਕ ਹੈ, ਔਰ ਦੂਜੇ ਪਾਸੇ ਸਾਡੇ ਕੋਲ ਆ ਜਾਏਗਾ 8 ਜਮਾ 6। ਠੀਕ ਹੈ, x ਦੇ ਨਾਲ x ਕੱਟਿਆ ਜਾਏਗਾ, ਇਹ ਸਾਡੇ ਕੋਲ ਆ ਜਾਏਗਾ 2y ਬਰਾਬਰ 14। ਔਰ ਇਹਦੇ ਵਿੱਚੋਂ y ਦੀ ਕੀਮਤ ਪਤਾ ਕੀਤੀ ਜਾ ਸਕਦੀ ਹੈ, ਬਿਲਕੁਲ ਕੀਤੀ ਜਾ ਸਕਦੀ ਹੈ। 14 ਨੂੰ ਅਸੀਂ 2 ਦੇ ਨਾਲ ਭਾਗ ਕਰਾਂਗੇ, ਇਹ 2 ਸਾਡੇ ਕੋਲ ਇੱਧਰ y ਦੇ ਨਾਲ ਗੁਣਾ ਹੋ ਰਿਹਾ ਹੈ, ਇਹਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ 14 ਨੂੰ ਭਾਗ ਕਰੇਗਾ, ਤਾਂ 14 ਨੂੰ 2 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ ਉੱਤਰ ਜਿਹੜਾ ਉਹ 7 ਆ ਜਾਏਗਾ। ਇਹਦਾ ਮਤਲਬ ਜਿਹੜਾ ਦਹਾਈ ਦਾ ਸਥਾਨ ਹੈ ਉਹ ਸਾਡੇ ਕੋਲ 7 ਬਣਦਾ ਹੈ। ਠੀਕ ਹੈ, तो दहाई का स्थान अगर साढ़े कोल 7 है, इकाई का स्थान कढ़न वास्ते असीं समीकरण 1 दे विच y की जिहड़ी कीमत है वो 7 भर देंगे। ठीक है, इत्थे आपां कर दिंदे हां 1 विच भाव समीकरण 1 विच y बराबर 7 भरन ते y बराबर 7 भरन ते ये साढ़े कोल बन जाएगा x जमा 7 बराबर 8। ਹੁਣ ਕਿਹੜੀ ਸੰਖਿਆ ਦੇ ਵਿੱਚ 7 ਜੋੜੇ 8 ਬਣਦਾ ਹੈ, ਇੱਕ ਦੇ ਵਿੱਚ। ਇੱਥੋਂ ਅਸੀਂ x ਦੀ ਕੀਮਤ ਪਤਾ ਕਰਾਂਗੇ, ਉਹ ਸਾਡੇ ਕੋਲ ਆ ਜਾਏਗੀ 8। 7 ਨੂੰ ਇੱਧਰ ਮਾਈਨਸ ਕਰਾਂਗੇ, 8 ਚੋਂ 7 ਘਟਾਵਾਂਗੇ 1 ਆਏਗਾ, तो x ਬਰਾਬਰ ਜਿਹੜਾ ਸਾਡੇ ਕੋਲ ਉਹ ਬਣ ਜਾਂਦਾ ਹੈ 1। ਠੀਕ ਹੈ, ਇਹਦਾ ਮਤਲਬ ਇਕਾਈ ਦੀ ਜਿਹੜੀ ਸੰਖਿਆ ਹੈ ਸਾਡੇ ਕੋਲ, ਇਕਾਈ ਦਾ ਅੰਕ ਹੈ ਉਹ x ਹੈ, ਤੇ ਦਹਾਈ ਦਾ ਜਿਹੜਾ ਅੰਕ ਹੈ ਉਹ ਸਾਡੇ ਕੋਲ ਹੈ y। ਇਕਾਈ ਦਾ ਅੰਕ ਸਾਡੇ ਕੋਲ 1 ਹੋ ਗਿਆ ਤੇ ਦਹਾਈ ਦਾ ਅੰਕ ਸਾਡੇ ਕੋਲ ਬਣ ਗਿਆ 7। तो संख्या जी 10y जमा x सी, ये साढ़े कोल की बन जाती है 10y की जगह ते असीं 7 रख देंगे, x की जगह ते 1 रख देंगे, तो 70 जमा 1 बराबर 71 साढ़े कोल हो जाएगा। ठीक है, इस ढंग दे नाल जिहड़ी लोड़ींदी संख्या है वो साढ़े कोल की है 71 है, 71। ठीक है, ये साढ़े कोल उत्तर। ਇਹ ਸਾਡੇ ਕੋਲ ਇੱਕ ਲੰਬਾ ਤਰੀਕਾ ਹੈ, ਇਹਨੂੰ ਅਸੀਂ ਛੋਟੇ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ, ਸ਼ਾਰਟਕਟ ਵੀ ਇਹਨੂੰ ਕਰ ਸਕਦੇ ਹਾਂ। ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਜਿਹੜਾ 71 ਹੈ, ਜਿਵੇਂ ਸੰਖਿਆਵਾਂ ਨੇ, ਜਿਵੇਂ 26 ਹੈ, 26 ਦਾ ਉਲਟ ਕਰਮ ਕਰੋ। ਇਹਨਾਂ ਵਿੱਚ ਹੁਣ ਦੇਖੋ ਇਕਾਈ ਤੇ ਦਹਾਈ ਦੀ ਸੰਖਿਆ ਜਿਹੜੇ ਅੰਕਾਂ ਦਾ ਜੋੜ ਹੈ ਉਹ ਤਾਂ ਸਾਰਿਆਂ ਦੇ ਵਿੱਚ 8 ਬਣਦਾ, 2 ਤੇ 6 ਇਹ 8 ਹੈ, 6 ਤੇ 2 8 ਹੈ, 7 ਤੇ 1 8 ਹੈ, 1 ਤੇ 7 8 ਹੈ। 2 ਤੇ 6 ਦੇ ਵਿੱਚ ਜੇਕਰ ਅਸੀਂ ਇਹਨੂੰ ਉਲਟਾਵਾਂਗੇ ਸਾਡੇ ਕੋਲ 62 ਬਣ ਜਾਏਗਾ। ਪਹਿਲੀ ਸੰਖਿਆ ਵੱਡੀ ਛੋਟੀ ਸੀ, ਹੁਣ ਸੰਖਿਆ ਜਿਹੜੀ ਵੱਡੀ ਬਣ ਗਈ, ਇਹਦਾ ਮਤਲਬ 26 ਸਾਡਾ ਉੱਤਰ ਨਹੀਂ ਹੋਏਗਾ। दूजी संख्या साडे कोल 62 है, 62 ਨੂੰ ਜੇਕਰ ਅਸੀਂ ਉਲਟਾਣੇ ਹੈ ਸਾਡੇ ਕੋਲ 26 ਬਣ ਜਾਂਦਾ ਹੈ, ਪਰ 62 ਦੇ ਵਿੱਚੋਂ ਜਦੋਂ ਅਸੀਂ 26 ਨੂੰ ਘਟਾ ਕੇ ਦੇਖਾਂਗੇ ਤਾਂ ਇਹ ਸਾਡੇ ਕੋਲ 36 ਬਣਦਾ ਹੈ। ਠੀਕ ਹੈ, ਪਰ ਸਾਨੂੰ ਦਿੱਤਾ ਗਿਆ ਕਿ ਜਿਹੜੀ ਨਵੀਂ ਬਣੀ ਸੰਖਿਆ ਉਹ ਪਹਿਲੀ ਸੰਖਿਆ ਤੋਂ 54 ਘੱਟ ਹੁੰਦੀ ਹੈ, ਇਹਦਾ ਮਤਲਬ 62 ਵੀ ਸਾਡੇ ਕੋਲ ਉੱਤਰ ਨਹੀਂ ਹੋਏਗਾ। ਇਸੇ ਢੰਗ ਦੇ ਨਾਲ 17 ਹੈ, 17 ਨੂੰ ਜਦੋਂ ਅਸੀਂ ਉਲਟਾਵਾਂਗੇ 71 ਬਣ ਜਾਏਗਾ, ਤਾਂ ਇਹ ਵੀ ਸਾਡੇ ਕੋਲ ਉਲਟਾਉਣ ਦੇ ਨਾਲ ਅੰਕਾਂ ਦਾ ਸਥਾਨ ਉਲਟਾਉਣ ਦੇ ਨਾਲ ਸੰਖਿਆ ਜਿਹੜੀ ਸਾਡੇ ਕੋਲੋਂ ਵੱਡੀ ਹੋ ਜਾਂਦੀ ਹੈ, ਇਹਦਾ ਮਤਲਬ 17 ਵੀ ਸਾਡਾ ਉੱਤਰ ਜਿਹੜਾ ਉਹ ਨਹੀਂ ਹੋ ਸਕਦਾ। ਸੋ ਇਹ ਸ਼ਾਰਟਕਟ ਤਰੀਕੇ ਦੇ ਨਾਲ ਵੀ ਅਸੀਂ ਸੀ ਜਿਹੜਾ ਉੱਤਰ ਹੈ ਇਹਦਾ ਪਤਾ ਕਰ ਸਕਦੇ ਹਾਂ, ਜਾਂ ਫਿਰ ਸੋਲਵ ਕਰਕੇ ਪੂਰਾ ਅਸੀਂ ਉਹਦੇ ਨਾਲ ਉੱਤਰ ਸਾਡਾ ਬਿਲਕੁਲ ਜਿਹੜਾ ਉਹ ਸਹੀ ਆ ਜਾਏਗਾ। ਇਹਦੇ ਨਾਲ ਦੂਸਰੇ ਤਰੀਕੇ ਦੇ ਨਾਲ ਸਾਡਾ ਸਮਾਂ ਜਿਹੜਾ ਹੈ ਉਹ ਜ਼ਰੂਰ ਬਚਦਾ ਇਹਦੇ ਵਿੱਚ, ਕਿਉਂਕਿ ਸਾਨੂੰ ਸਿਰਫ ਅਸੀਂ ਜਿਹੜੀ ਆਪਸ਼ਨ ਹੈ ਸਹੀ ਉਹਦਾ ਹੀ ਅਸੀਂ ਉੱਤਰ ਦੇਣਾ, ਪੂਰੀ ਸੋਲਵ ਕਰਨ ਵਾਸਤੇ ਪੂਰਾ ਸਾਨੂੰ ਕਿਹਾ ਨਹੀਂ ਜਾਣਾ, ਸਿਰਫ ਅਸੀਂ ABCD ਦੇ ਵਿੱਚੋਂ ਇੱਕ ਜਿਹੜਾ ਉੱਤਰ ਸਹੀ ਹੈ ਉਹਨੂੰ ਅਸੀਂ ਚੈੱਕ ਕਰਕੇ ਸਿਲੈਕਟ ਕਰਕੇ ਫਿਰ ਅਗਲਾ ਕੁਐਸਚਨ ਤੇ ਚਲੇ ਜਾਣਾ। ਠੀਕ ਹੈ, ਤਾਂ ਇਹ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ C ਹੈ। ਇਸ ਤੋਂ ਬਾਅਦ ਅਗਲਾ ਤੀਜਾ ਸਵਾਲ ਹੈ ਸਾਡੇ ਕੋਲ, all numbers divisible by both 20 and 23 are also divisible by which of the following? 20 ਅਤੇ 23 ਦੋਵਾਂ ਦੁਆਰਾ ਵੰਡੀਆਂ ਜਾਣ ਵਾਲੀਆਂ ਸਾਰੀਆਂ ਸੰਖਿਆਵਾਂ ਹੇਠਾਂ ਦਿੱਤੇ ਅਨੁਸਾਰ ਕਿਸ ਨਾਲ ਵੰਡੀਆਂ ਜਾ ਸਕਦੀਆਂ ਹਨ? तो ਇਹਨਾਂ ਦੇ ਵਿੱਚੋਂ ਅਸੀਂ ਦੇਖਣਾ ਹੈ ਜਿਹੜੀਆਂ ਸੰਖਿਆਵਾਂ 20 ਅਤੇ 23, ਪਹਿਲਾਂ ਸ਼ਾਇਦ ਮੇਰੇ ਕੋਲ 22 ਕਿਹਾ ਗਿਆ,
20 ਜਿਹੜੀਆਂ ਵੀ ਸੰਖਿਆਵਾਂ 20 ਤੇ 23 ਦੋਨਾਂ ਦੇ ਨਾਲ ਭਾਗ ਹੋ ਜਾਣਗੀਆਂ, ਉਹ ਸੰਖਿਆਵਾਂ ਇਹਨਾਂ ਦੋਨਾਂ ਦੇ ਐਲਸੀਐਮ ਲਘੁੱਤਮ ਸਮਾਵਰਤਕ ਦੇ ਨਾਲ 20 ਭਾਗ ਹੋ ਜਾਣਗੀਆਂ। ਠੀਕ ਹੈ, तो 20 ਅਤੇ 23 ਦਾ ਲਘੁੱਤਮ ਸਮਾਵਰਤਕ ਜੇਕਰ ਅਸੀਂ ਦੇਖੀਏ ਤਾਂ ਉਹਦੇ ਵਿੱਚ ਕਿਉਂਕਿ ਜਿਹੜਾ 23 ਹੈ ਸਾਡੇ ਕੋਲ ਪ੍ਰਾਈਮ ਨੰਬਰ ਹੈ, ਇਹਨਾਂ ਦੋਨਾਂ ਦਾ ਸਾਂਝਾ ਗੁਣਨਖੰਡ ਦਾ ਸਾਡੇ ਕੋਲ ਕੋਈ ਆਣਾ ਨਹੀਂ ਹੈ, ਭਾਜ ਸੰਖਿਆ ਹੈ, ਫਿਰ ਵੀ ਅਸੀਂ ਕਰ ਲੈਂਦੇ ਹਾਂ ਲਘੁੱਤਮ ਸਮਾਵਰਤਕ ਪਤਾ ਕਰਨ ਦੇ ਲਈ। ਸਭ ਤੋਂ ਪਹਿਲਾਂ 2 ਤੇ ਭਾਗ ਕਰਾਂਗੇ, ਸਾਡੇ ਕੋਲ 10 ਬਣ ਜਾਏਗਾ। 23 ਨੇ 2 ਤੇ ਭਾਗ ਨਹੀਂ ਹੋਣਾ, 23 ਦਾ 23 ਹੀ ਰਹੇਗਾ। ਫਿਰ ਅਸੀਂ 2 ਤੇ ਕਰਾਂਗੇ, 5 ਬਣ ਜਾਏਗਾ, ਇਹ ਸਾਡੇ ਕੋਲ 23 ਰਹੇਗਾ। ਫਿਰ 5 ਨਾਲ ਕਰਾਂਗੇ 1 ਹੋ ਜਾਏਗਾ, ਸਾਡੇ ਕੋਲ ਇਹ 23 ਰਹੇਗਾ। ਇਸ ਤੋਂ ਬਾਅਦ ਫਿਰ ਅਸੀਂ ਇਹਨੂੰ 23 ਦੇ ਨਾਲ ਕਰਾਂਗੇ ਤਾਂ ਇਹ ਸਾਡੇ ਕੋਲ 1 ਹੋ ਜਾਏਗਾ। ਠੀਕ ਹੈ, तो ਇਹਨਾਂ ਤਿੰਨਾਂ ਨੂੰ ਚਾਰਾਂ ਨੂੰ ਸੰਖਿਆਵਾਂ ਨੂੰ ਜਦੋਂ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਉਹ ਸੰਖਿਆ ਆ ਜਾਏਗੀ 20 ਅਤੇ 23 ਦਾ ਲਘੁੱਤਮ ਸਮਾਵਰਤਕ ਜਿਹੜਾ ਆ ਜਾਏਗਾ 20 ਅਤੇ 23 ਦਾ ਲੱਲਾ ਸੱਸਾ ਵਾਵਾ 20 ਗੁਣਾ 23। तो 20 ਨੂੰ 23 ਨਾਲ ਗੁਣਾ ਕਰਾਂਗੇ ਸਾਡੇ ਕੋਲ ਬਣਦਾ ਹੈ 460। तो ਇਹਦੇ ਵਿੱਚੋਂ ਸੋ ਕੋਈ ਵੀ ਸੰਖਿਆ ਜਿਹੜੀ 20 ਅਤੇ 23 ਦੋਨਾਂ ਦੇ ਨਾਲ ਭਾਜਯੋਗ ਹੈ, ਦੋਨਾਂ ਨਾਲ ਵੰਡੀ ਜਾ ਸਕਦੀ ਹੈ, ਉਹ ਵਾਲੀ ਸੰਖਿਆ 460 ਦੇ ਨਾਲ ਵੀ ਵੰਡੀ ਜਾ ਸਕਦੀ ਹੈ। तो ਇਹਦੇ ਵਿੱਚ ਹੁਣ ਜਿਹੜਾ ਇੱਥੇ ਉੱਤਰ ਹੈ ਇੱਥੇ 460 ਹੋਣਾ ਚਾਹੀਦਾ ਹੈ ਇਸ ਆਪਸ਼ਨ ਦੇ ਵਿੱਚ, ਔਰ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋਏਗੀ। ਸਾਡੇ ਕੋਲ ਇੱਥੇ ਗਲਤੀ ਨਾਲ ਜਿਹੜਾ 46 ਪਿਆ ਹੋਇਆ, 460 ਜਿਹੜਾ ਉੱਤਰ ਇੱਥੇ ਹੋਣਾ ਚਾਹੀਦਾ। ਠੀਕ ਹੈ, तो 460 ਇਸ ਸਵਾਲ ਦਾ ਸਹੀ ਜਵਾਬ ਹੈ। इस तो बाद चौथा सवाल साडे कोल है ईच इंटीरियर एंगल ऑफ अ रेगुलर पॉलीगन मेजर्स 156 डिग्री, हाउ मेनी साइड्स डज द पॉलीगन हैव। एक समभुजी बहुभुज दे हरेक अंदरूनी कोण दा माप 156 डिग्री है, भुजावां दी संख्या पता करो। ਕਿਸੇ ਵੀ ਪੋਲੀਗਨ ਦੇ ਵਿੱਚ ਜੇਕਰ ਅਸੀਂ ਅੰਦਰੂਨੀ ਕੋਣਾਂ ਦਾ ਜੋੜ ਪਤਾ ਕਰਨਾ ਹੋਵੇ ਤਾਂ ਉਹ ਸਾਡੇ ਕੋਲ ਉਹਦਾ ਫਾਰਮੂਲਾ ਹੁੰਦਾ ਹੈ ਕਿ ਅਗਰ ਸਾਡੇ ਕੋਲ ਪੋਲੀਗਨ ਦੀਆਂ ਬਹੁਭੁਜ ਦੀਆਂ n ਭੁਜਾਵਾਂ ਨੇ ਤਾਂ n ਦੇ ਵਿੱਚੋਂ 2 ਨੂੰ ਮਾਈਨਸ ਕਰੋ ਤੇ ਇਹਨੂੰ 180 ਡਿਗਰੀ ਦੇ ਨਾਲ ਗੁਣਾ ਕਰ ਦਿਓ। ਠੀਕ ਹੈ, ਇਹਦੇ ਨਾਲ ਸਾਡੇ ਕੋਲ ਕਿਸੇ ਵੀ ਬਹੁਭੁਜ ਦੇ ਅੰਦਰੂਨੀ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਾਨੂੰ ਪਤਾ ਚੱਲ ਜਾਂਦਾ ਹੈ। ਤਾਂ ਇਹਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਕਿ each interior angle of a regular polygon measures 156 डिग्री। तो त्रिभुज ਦੇ ਹਰ ਅੰਦਰਲੇ ਕੋਣ ਦਾ ਜਿਹੜਾ ਮਾਪ ਹੈ ਉਹ 156 ਡਿਗਰੀ ਹੈ। तो ਇਹਦਾ ਮਤਲਬ ਇਹ ਸਾਡੇ ਕੋਲ ਅੰਦਰ ਵਾਲੀ ਇਹ ਸਾਰੇ ਕੋਣਾਂ ਦਾ ਮਾਪ ਉਹਨਾਂ ਦਾ ਜੋੜ ਹੋ ਗਿਆ। ਇਹਨੂੰ ਅਗਰ ਅਸੀਂ n ਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 156 ਡਿਗਰੀ। ਠੀਕ ਹੈ, ਭਾਵ ਕਿ ਬਹੁਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਵਟਾ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ। ਠੀਕ ਹੈ, ਅੰਦਰੂਨੀ ਕੋਣਾਂ ਦਾ ਜੋੜ ਜਦੋਂ ਅਸੀਂ ਉਹਨੂੰ ਭੁਜਾਵਾਂ ਦੀ ਗਿਣਤੀ ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਅੰਦਰਲਾ ਜਿਹੜਾ ਕੋਣ ਆ ਜਾਏਗਾ। ਅੰਦਰਲਾ ਕੋਣ ਜਿਹੜਾ ਸਾਨੂੰ ਦਿੱਤਾ ਹੋਇਆ 156 ਡਿਗਰੀ। ਠੀਕ ਹੈ, तो ਇਹ n ਨੂੰ ਅਸੀਂ 156 ਡਿਗਰੀ ਦੇ ਨਾਲ ਇੱਧਰ ਗੁਣਾ ਕਰ ਦਾਂਗੇ, ਇਹ ਸਾਡੇ ਕੋਲ ਬਣੇਗਾ n ਘਟਾਓ 2 ਗੁਣਾ 180 ਡਿਗਰੀ ਬਰਾਬਰ 156 ਡਿਗਰੀ ਗੁਣਾ n, 156 n ਹੋ ਜਾਏਗਾ ਇਹ ਸਾਡੇ ਕੋਲ। ਠੀਕ ਹੈ, और इधर ਅਸੀਂ ਇਹਨੂੰ ਹੱਲ ਕਰ ਲਵਾਂਗੇ 180 n ਨੂੰ 180 ਨੂੰ n ਦੇ ਨਾਲ ਗੁਣਾ ਕੀਤਾ ਹੈ ਸਾਡੇ ਕੋਲ 180 ਡਿਗਰੀ n ਟਾਈਮਸ n ਹੋ ਜਾਏਗਾ, ਮਾਈਨਸ 180 ਨੂੰ 2 ਦੇ ਨਾਲ ਗੁਣਾ ਕਰਾਂਗੇ ਸਾਡੇ ਕੋਲ 360 ਡਿਗਰੀ ਹੋ ਜਾਏਗਾ ਬਰਾਬਰ 156 n ਹੋ ਜਾਏਗਾ। ਠੀਕ ਹੈ, तो ਇਹਦੇ ਵਿੱਚੋਂ n ਦੀ ਕੀਮਤ ਪਤਾ ਕਰਨੀ ਹੈ ਅਸੀਂ, तो 180 ਡਿਗਰੀ n ਮਾਈਨਸ 156 ਡਿਗਰੀ टाइम्स n ਇਹ ਬਰਾਬਰ 360 ਡਿਗਰੀ ਹੋ ਜਾਏਗਾ। ਠੀਕ ਹੈ, 360 ਨੂੰ ਅਸੀਂ ਦੂਜੇ ਪਾਸੇ ਲੈ ਜਾਾਂਗੇ, ਜਮਾ ਦਾ ਹੋ ਜਾਏਗਾ। 156 ਨੂੰ ਅਸੀਂ ਇੱਧਰ ਲੈ ਕੇ ਆਏ, ਘਟਾਓ ਦਾ ਹੋ ਜਾਏਗਾ। 180 ਦੇ ਵਿੱਚੋਂ ਜਦੋਂ ਅਸੀਂ 156 ਨੂੰ ਘਟਾਵਾਂਗੇ ਸਾਡੇ ਕੋਲ ਬਣ ਜਾਂਦਾ ਹੈ 24 ਡਿਗਰੀ। 24 ਡਿਗਰੀ n ਹੋ ਜਾਏਗਾ ਬਰਾਬਰ 360 ਡਿਗਰੀ। ਹੁਣ ਇਹਦੇ ਵਿੱਚੋਂ n ਦੀ ਕੀਮਤ ਪਤਾ ਕਰਨ ਦੇ ਲਈ 360 ਨੂੰ ਅਸੀਂ 24 ਦੇ ਨਾਲ ਭਾਗ ਕਰ ਦੇਵਾਂਗੇ, n ਬਰਾਬਰ 360 ਡਿਗਰੀ ਵਟਾ 24 डिग्री। ठीक है, तो डिग्री साढ़े कोल यूनिट है, इकाई है, कट्टी जाएगी। 360 ਨੂੰ ਜਦੋਂ ਅਸੀਂ 24 ਨਾਲ ਭਾਗ ਕਰਾਂਗੇ, ਪਹਿਲਾਂ ਅਸੀਂ 22 ਇਹਨਾਂ ਨੂੰ ਦੇਖ ਲੈਣੇ 12 ਦੇ ਨਾਲ ਹੀ ਭਾਗ ਹੋ ਜਾਏਗਾ, 12 ਦੂਣਾ 24 ਔਰ 12 30 36 ਹੁੰਦੇ ਨੇ, ਤਾਂ 30 ਵਟਾ 2 ਆ ਗਿਆ, 30 ਨੂੰ ਫਿਰ ਅਸੀਂ 2 ਨਾਲ ਭਾਗ ਕਰਾਂਗੇ ਸਾਡੇ ਕੋਲ ਆ ਜਾਏਗਾ 15। ਇਹਦਾ ਮਤਲਬ ਸਾਡੇ ਕੋਲ ਜਿਹੜਾ ਬਹੁਭੁਜ ਹੈ ਜਿਸ ਦੇ ਅੰਦਰੂਨੀ ਕੋਣ ਦਾ ਜਿਹੜਾ ਮਾਪ ਹੈ 156 ਡਿਗਰੀ ਹੈ, ਉਸ ਬਹੁਭੁਜ ਦੀਆਂ ਜਿਹੜੀਆਂ ਭੁਜਾਵਾਂ ਦੀ ਗਿਣਤੀ ਹੈ ਉਹ ਸਾਡੇ ਕੋਲ ਕਿੰਨੀ ਹੋਏਗੀ 15 ਹੋਏਗੀ। ਠੀਕ ਹੈ, तो इस सवाल का सही जो उत्तर है वो साढ़े कोल 15 आएगा। इस तो बाद अगला सवाल असीं देखते हैं, द सम ऑफ सक्सेसिव ऑड नंबर्स 1 3 5 7 9 11 13
लगातार टांक संख्यावां 1 3 5 7 9 11 13 ਦਾ ਜੋੜ ਹੈ ਕੀ ਹੈ। ਜਦੋਂ ਵੀ ਅਸੀਂ ਟਾਂਕ ਸੰਖਿਆਵਾਂ ਦਾ ਜਿਹੜਾ ਜੋੜ ਪਤਾ ਕਰਨਾ ਹੋਵੇ ਲਗਾਤਾਰ, ਤੇ ਉਹ ਵੀ ਪਹਿਲੀਆਂ ਲਗਾਤਾਰ ਟਾਂਕ ਸੰਖਿਆਵਾਂ, ਜਿਵੇਂ ਇੱਥੇ ਸਾਡੇ ਕੋਲ ਪਹਿਲੀ ਜਿਹੜੀ ਟਾਂਕ ਸੰਖਿਆ ਉਹ ਸਾਡੇ ਕੋਲ 1 ਹੁੰਦੀ, 1 ਤੋਂ ਬਾਅਦ ਲਗਾਤਾਰ ਸਾਡੇ ਕੋਲ ਇਹ ਟਾਂਕ ਸੰਖਿਆਵਾਂ ਚੱਲਦੀਆਂ ਨੇ। ਕਿੰਨੀਆਂ ਟਾਂਕ ਸੰਖਿਆਵਾਂ ਨੇ? 1 2 3 4 5 6 7 7 ਟਾਂਕ ਸੰਖਿਆਵਾਂ ਨੇ, ਤਾਂ 7 ਦਾ ਵਰਗ ਕਰ ਦਿਓ, ਠੀਕ ਹੈ। 7 7 49 ਜਿਹੜਾ ਤੁਹਾਡੇ ਕੋਲ ਉੱਤਰ ਆ ਜਾਏਗਾ। ਇਸੇ ਢੰਗ ਦੇ ਨਾਲ ਜਿੰਨੀਆਂ ਵੀ ਸਾਨੂੰ ਟਾਂਕ ਸੰਖਿਆਵਾਂ ਦਿੱਤੀਆਂ ਹੋਣ, ਚਾਹੇ 15 ਦਿੱਤੀਆਂ, 15 ਟਾਂਕ ਸੰਖਿਆਵਾਂ ਤੱਕ ਅਸੀਂ ਜਾਵਾਂਗੇ ਤਾਂ 15 ਦਾ ਵਰਗ ਕਰ ਦਾਂਗੇ, 225 ਉੱਤਰ ਆ ਜਾਏਗਾ, ਠੀਕ ਹੈ। ਤਾਂ ਇਸ ਸਵਾਲ ਦਾ ਜਿਹੜਾ ਸਹੀ ਉੱਤਰ ਹੈ ਉਹ ਸਾਡੇ ਕੋਲ 49 ਹੈ। ਤੁਸੀਂ ਇਹਦਾ ਜੋੜ ਕਰਕੇ ਵੀ ਦੇਖ ਸਕਦੇ ਹੋ। ਜਿੱਦਾਂ ਅਗਰ ਸਿਰਫ ਪਹਿਲੀਆਂ ਦੋ ਟਾਂਕ ਸੰਖਿਆਵਾਂ ਲਈਆਂ ਜਾਣ 1 ਜਮਾ 3, ਤਾਂ ਦੋ ਟਾਂਕ ਸੰਖਿਆਵਾਂ ਨੇ, 2 ਦਾ ਵਰਗ ਕਰੋਗੇ ਤਾਂ 4 ਉੱਤਰ ਆ ਜਾਏਗਾ। ਵੈਸੇ ਵੀ ਇਹਨਾਂ ਦਾ ਜਿਹੜਾ ਸਮ ਹੈ 1 ਜਮਾ 3 ਉਹ ਸਾਡੇ ਕੋਲ 4 ਹੀ ਬਣਦਾ। ਅਗਰ ਅਸੀਂ ਪਹਿਲੀਆਂ 3 ਟਾਂਕ ਸੰਖਿਆਵਾਂ ਲੈ ਲੈਂਦੇ ਹਾਂ ਤਾਂ 3 ਟਾਂਕ ਸੰਖਿਆਵਾਂ ਭਾਵ 3 ਦਾ ਵਰਗ ਕਰ ਦਿਓ, 9 ਉੱਤਰ ਆਉਣਾ ਚਾਹੀਦਾ। ਔਰ ਵੈਸੇ ਵੀ ਇਹਦਾ ਜੋੜ ਕਰਕੇ ਦੇਖੋ ਤਾਂ ਉਹ ਸਾਡੇ ਕੋਲ 9 ਹੀ ਬਣਦਾ, 5 3 8 ਤੇ 1 9, ਠੀਕ ਹੈ। ਇਸੇ ਢੰਗ ਦੇ ਨਾਲ ਪਹਿਲੀਆਂ ਲਗਾਤਾਰ ਜਦੋਂ ਜਿੰਨੀਆਂ ਵੀ ਟਾਂਕ ਸੰਖਿਆਵਾਂ ਅਸੀਂ ਲਿਖਾਂਗੇ, ਜਿੰਨੀਆਂ ਉਹਨਾਂ ਦੀ ਗਿਣਤੀ ਹੋਏਗੀ ਉਸ ਗਿਣਤੀ ਦਾ ਵਰਗ ਕਰੋ, ਉਹਨਾਂ ਸਾਰੀਆਂ ਸੰਖਿਆਵਾਂ ਦਾ ਜੋੜ ਸਾਡੇ ਕੋਲ ਜਿਹੜਾ ਉਹ ਬਣ ਜਾਂਦਾ, ਠੀਕ ਹੈ। ਤਾਂ ਇਸ ਦਾ ਉੱਤਰ ਜਿਹੜਾ ਸਾਡੇ ਕੋਲ ਉਹ ਬੀ ਪਾਰਟ ਹੈ 49। ਇਸ ਤੋਂ ਬਾਅਦ ਸਾਡੇ ਕੋਲ ਹੈ which letter best represents the location of square root of 9 49 square root of 49 on a number line। ਕਿਹੜਾ ਅੱਖਰ ਇੱਕ ਸੰਖਿਆ ਰੇਖਾ ਤੇ ਵਰਗਮੂਲ 49 ਦੇ ਸਥਾਨ ਨੂੰ ਦਰਸਾਉਂਦਾ ਹੈ। ਹੁਣ ਵਰਗਮੂਲ 49 ਦਾ ਵਰਗਮੂਲ ਸਾਨੂੰ ਪਤਾ ਕੀ ਹੁੰਦਾ ਹੈ, ਕਿਉਂਕਿ 49 7 ਦਾ ਵਰਗ ਹੁੰਦਾ ਹੈ, ਇਸ ਕਰਕੇ 49 ਦਾ ਵਰਗਮੂਲ ਜਿਹੜਾ ਉਹ ਸਾਡੇ ਕੋਲ 7 ਹੁੰਦਾ ਹੈ। तो 7 ਨੂੰ ਕਿਹੜਾ ਦਰਸਾ ਰਿਹਾ ਹੈ? डी। तो ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਹੋਏਗਾ? डी। ਵੈਸੇ ਵੀ डी ਆਪਸ਼ਨ ਹੈ ਤੇ ਇਹਦਾ ਉੱਤਰ ਵੀ ਜਿਹੜਾ ਉਹ ਸਾਡੇ ਕੋਲ ਕੈਪੀਟਲ डी ਹੈ, ਠੀਕ ਹੈ। ਇਸ ਤੋਂ ਬਾਅਦ 7ਵਾਂ ਸਵਾਲ ਸਾਡੇ ਕੋਲ ਹੈ which of the following numbers is not a perfect cube। ਇਹਨਾਂ ਦੇ ਵਿੱਚੋਂ ਕਿਹੜਾ ਨੰਬਰ ਇਹੋ ਜਿਹਾ ਹੈ ਜਿਹੜਾ ਪਰਫੈਕਟ ਕਿਊਬ ਨਹੀਂ ਹੈ। तो ਇਹਦੇ ਲਈ ਸਾਨੂੰ ਜਿਵੇਂ ਪਤਾ ਹੋਣਾ ਚਾਹੀਦਾ ਇੱਕ ਚੀਜ਼ ਦਾ ਕਿ ਜਦੋਂ ਵੀ ਅਸੀਂ ਕਿਊਬ ਕਰਦੇ ਹਾਂ, ਜਿਵੇਂ ਅਸੀਂ 1 ਦਾ ਘਣ ਕਰਾਂਗੇ ਸਾਡੇ ਕੋਲ 1 ਆਏਗਾ, 2 ਦਾ ਜਦੋਂ ਅਸੀਂ ਘਣ ਕਰਦੇ ਹਾਂ ਸਾਡੇ ਕੋਲ 8 ਬਣ ਜਾਂਦਾ ਹੈ, 3 ਦਾ ਘਣ ਅਸੀਂ ਕਰਾਂਗੇ ਸਾਡੇ ਕੋਲ 27 ਬਣ ਜਾਂਦਾ ਹੈ, 4 ਦਾ ਘਣ ਸਾਡੇ ਕੋਲ 64 ਬਣ ਜਾਂਦਾ ਹੈ, 5 ਦਾ ਘਣ ਇਹ ਸਾਡੇ ਕੋਲ ਬਣ ਜਾਂਦਾ 125, 6 ਦਾ ਘਣ ਸਾਡੇ ਕੋਲ ਬਣ ਜਾਂਦਾ 216। ਇਸੇ ਢੰਗ ਦੇ ਨਾਲ ਅੱਗੇ ਚੱਲਦੇ ਹਾਂ। 7 ਦਾ ਜਿਹੜਾ ਘਣ ਹੈ ਇਹ ਸਾਡੇ ਕੋਲ ਬਣ ਜਾਂਦਾ 343, 7 7 49 49 ਨੂੰ ਠੀਕ ਹੈ ਜੀ। 8 ਦਾ ਜਦੋਂ ਅਸੀਂ ਘਣ ਕਰਾਂਗੇ ਸਾਡੇ ਕੋਲ ਬਣ ਜਾਂਦਾ 512। 9 ਦਾ ਘਣ ਜਿਹੜਾ ਇਹ ਸਾਡੇ ਕੋਲ ਬਣਦਾ 729 ਤੇ 10 ਦਾ ਜਿਹੜਾ ਘਣ ਹੈ ਉਹ ਸਾਡੇ ਕੋਲ ਬਣਦਾ 1000, ਠੀਕ ਹੈ। तो ਇਹ ਸਾਰੇ ਕਿਊਬ ਤੁਹਾਨੂੰ ਸਿਰਫ ਦੱਸਣ ਵਾਸਤੇ ਲਿਖੇ ਨੇ, ਵੈਸੇ ਸਾਨੂੰ ਯਾਦ ਹੋਣੇ ਚਾਹੀਦੇ ਆ। तो ਇਹਦੇ ਵਿੱਚੋਂ ਬੜੇ ਆਰਾਮ ਦੇ ਨਾਲ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜਾ 343 ਹੈ ਉਹ ਵੀ ਉਹ ਸਾਡੇ ਕੋਲ 7 ਦਾ ਘਣ ਹੈ। ਇਸ ਤੋਂ ਬਾਅਦ ਸਾਡੇ ਕੋਲ 512 ਜਿਹੜਾ ਹੈ ਉਹ 8 ਦਾ ਘਣ ਹੈ, ਔਰ ਇਸ ਤੋਂ ਬਾਅਦ 9 ਦਾ ਘਣ ਸਾਡੇ ਕੋਲ ਜਿਹੜਾ 729 ਹੈ, ਠੀਕ ਹੈ। ਤਾਂ ਆਪਾਂ ਦੇਖ ਸਕਦੇ ਹਾਂ 729 ਤੋਂ ਬਾਅਦ ਸਿੱਧਾ ਜਿਹੜਾ 9 ਦਾ ਘਣ ਹੈ ਉਸ ਤੋਂ ਬਾਅਦ 10 ਦਾ ਘਣ ਹੈ ਸਾਡੇ ਕੋਲ 1000 ਆਉਂਦਾ। ਇਹਨਾਂ ਦੇ ਵਿਚਕਾਰ ਕੋਈ ਵੀ ਐਸੀ ਸੰਖਿਆ ਜਿਹੜੀ ਨਹੀਂ ਆਉਂਦੀ ਜਿਹੜੀ ਕਿਸੇ ਸੰਖਿਆ ਦਾ ਘਣ ਹੋਵੇ। ਤਾਂ 729 ਤੋਂ ਵੱਡਾ ਇਹ ਜਿਹੜਾ ਨੰਬਰ ਹੈ 792, ਇਹ ਕਿਸੇ ਵੀ ਸੰਖਿਆ ਦਾ ਘਣ ਇੱਥੇ ਨਹੀਂ ਹੈ। ਆਪਾਂ ਦੇਖ ਸਕਦੇ ਹਾਂ ਬੜੇ ਆਰਾਮ ਦੇ ਨਾਲ, ਇਹ ਸਾਨੂੰ ਸਮਝ ਆ ਜਾਂਦਾ, ਠੀਕ ਹੈ। ਔਰ ਵੈਸੇ ਵੀ 1 ਤੋਂ 10 1 ਤੋਂ 20 ਤੱਕ ਜਿਹੜੇ ਘਾਣੇ ਉਹ ਸਾਨੂੰ ਮੂੰਹ ਜਵਾਨੀ ਯਾਦ ਹੀ ਹੋਣੇ ਚਾਹੀਦੇ। ਉਹਦੇ ਤੋਂ ਬੜੀ ਆਸਾਨੀ ਦੇ ਨਾਲ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ ਸੰਖਿਆ ਹੈ ਉਹ ਕਿਸੇ ਸੰਖਿਆ ਦਾ ਘਣ ਹੈ ਜਾਂ ਨਹੀਂ ਹੈ, ਠੀਕ ਹੈ। तो 343 ਸਾਡੇ ਕੋਲ 7 ਦਾ ਘਣ ਹੈ, 512 8 ਦਾ ਘਣ ਹੈ, 216 ਜਿਹੜਾ 6 ਦਾ ਘਣ ਹੈ। 792 ਕਿਸੇ ਵੀ ਸੰਖਿਆ, ਕਿਸੇ ਵੀ ਪੂਰਨ ਸੰਖਿਆ ਦਾ, ਕਿਸੇ ਵੀ ਸੰਖਿਆ ਦਾ ਘਣ ਪੂਰਨ ਘਣ ਨਹੀਂ ਹੈ, ਠੀਕ ਹੈ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ 8ਵਾਂ 32768 is a perfect cube, find the units digit of its cube root, find the units digit of its cube root। 32768 ਇੱਕ ਪੂਰਨ ਘਣ ਹੈ, ਇਸ ਦੇ ਘਣਮੂਲ ਦੇ ਇਕਾਈ ਦਾ ਅੰਕ ਪਤਾ ਕਰੋ। तो ਕਿਸੇ ਵੀ ਸੰਖਿਆ ਦੇ ਇਕਾਈ ਦਾ ਅੰਕ, ਉਹਦੇ ਘਣਮੂਲ ਦੇ ਇਕਾਈ ਦਾ ਅੰਕ ਆਪਾਂ ਕਿਵੇਂ ਪਤਾ ਕਰਨਾ ਹੈ? ਜਿਵੇਂ ਹੁਣ ਅਸੀਂ ਪਿੱਛੇ ਗੱਲ ਕਰਕੇ ਆਏ ਹਾਂ, ਇਹ ਸਾਰੇ ਆਪਾਂ ਲਿਖੇ ਨੇ। ਦੇਖੋ अगर साढ़े कोल संख्या के इकाई का अंक 1 होएगा तो उहदे घण का इकाई का अंक भी 1 होएगा। अगर किसी संख्या दे विच इकाई का अंक साढ़े कोल 2 होएगा तो उस संख्या के घण के इकाई का अंक 8 होएगा। अगर किसी संख्या के इकाई का अंक 3 होएगा तो उसके घण के इकाई का अंक साढ़े कोल 7 होएगा। इसी तरह 4 का 4 बन जाता है, 5 का 5 ही रहिंदा है, 6 का 6 ही रहिंदा है, 7 का 3 बन जाता है, 8 का 2 बन जाता है। मतलब किसी भी संख्या के विच इकाई का अंक अगर 8 है तो उसका घण के विच जिहड़ा इकाई का अंक है वो 2 होएगा, 9 का 9 तो 0 का 0। तो इस संख्या के विच सानू ये पूछा गया है कि आ वाली संख्या है 32768, तो 8 जिहड़ा है ये घण दे विच इकाई का अंक कदों बनता है?
ਆਪਾਂ ਦੇਖ ਸਕਦੇ ਹਾਂ ਇਸ ਕੇਸ ਦੇ ਵਿੱਚ। ਠੀਕ ਹੈ, ਜਦੋਂ ਸਾਡੇ ਕੋਲ ਉਹ ਸੰਖਿਆ ਜਿਹਦਾ ਕਿ ਘਣ ਹੈ ਉਹ ਸੰਖਿਆ ਦਾ ਇਕਾਈ ਦਾ ਅੰਕ ਕੀ ਹੋਏ 2 ਹੋਏ। ਠੀਕ ਹੈ, तो क्योंकि इस संख्या ਦੇ ਵਿੱਚ ਇਕਾਈ ਦਾ ਅੰਕ 8 ਹੈ ਤਾਂ ਇਸ ਦੇ ਘਣ ਮੂਲ ਦੇ ਇਕਾਈ ਦਾ ਅੰਕ ਜਿਹੜਾ ਉਹ ਸਾਡੇ ਕੋਲ ਕੀ ਹੋਏਗਾ 2 ਹੋਏਗਾ। तो ਇਸ ਸਵਾਲ ਦਾ ਜਿਹੜਾ ਸਹੀ ਜਵਾਬ ਹੈ ਉਹ ਸਾਡੇ ਕੋਲ 2 ਹੈ। ਮੇਰੇ ਹਿਸਾਬ ਦੇ ਨਾਲ ਬੜੀ ਆਸਾਨੀ ਦੇ ਨਾਲ ਤੁਸੀਂ ਇਥੋਂ ਦੇਖ ਸਕਦੇ ਹੋ, ਸਮਝ ਸਕਦੇ ਹੋ। ਕੋਈ ਵੀ ਸੰਖਿਆ ਤੁਹਾਨੂੰ ਮਿਲਦੀ ਹੈ ਅਗਰ ਉਹਦੇ ਇਕਾਈ ਦਾ ਅੰਕ 0 ਹੈ ਤਾਂ ਉਹਦੇ ਘਣ ਮੂਲ ਦੇ ਇਕਾਈ ਦਾ ਅੰਕ ਵੀ 0 ਹੋਏਗਾ। ਅਗਰ ਕਿਸੇ ਸੰਖਿਆ ਦੇ ਪਰਫੈਕਟ ਜਿਹੜਾ ਪੂਰਨ ਘਣ ਹੈ, ਕਿਸੇ ਵੀ ਪੂਰਨ ਘਣ ਦੇ ਇਕਾਈ ਦਾ ਅੰਕ 9 ਹੈ ਤਾਂ ਉਸ ਦੇ ਘਣ ਮੂਲ ਦੇ ਇਕਾਈ ਦਾ ਅੰਕ ਵੀ 9 ਹੋਏਗਾ। ਕਿਸੇ ਸੰਖਿਆ ਦੇ ਕਿਸੇ ਪੂਰਨ ਘਣ ਦੇ ਇਕਾਈ ਦਾ ਅੰਕ 2 ਹੈ ਤਾਂ ਉਹਦੇ ਘਣ ਮੂਲ ਦੇ ਇਕਾਈ ਦਾ ਅੰਕ 8 ਹੋਏਗਾ। ਇਸੇ ਤਰ੍ਹਾਂ ਇਹ ਸਾਰੀ ਚੀਜ਼ ਜਿਹੜੀ ਆ ਬਾਕੀਆਂ ਦੇ ਉੱਤੇ ਵੀ ਐਪਲੀਕੇਬਲ ਹੋ ਜਾਂਦੀ ਹੈ। ਠੀਕ ਹੈ, तो ਇਹਦਾ ਉੱਤਰ ਸਾਡੇ ਕੋਲ ਜਿਹੜਾ ਉਹ C ਬਣ ਜਾਂਦਾ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਜਿਹੜਾ ਸਾਡੇ ਕੋਲ ਫਾਈਂਡ x ਐਂਡ y, x ਤੇ y ਦਾ ਮੁੱਲ ਪਤਾ ਕਰੋ। ਇਹ ਸਾਡੇ ਕੋਲ ਇੱਕ ਸਮਾਨ ਅੰਤਰ ਚਤੁਰਭੁਜ ਦਿੱਤੀ ਹੋਈ ਹੈ। ਇਹ ਜਿਹੜੇ ਨਿਸ਼ਾਨ ਤੁਸੀਂ ਦੇਖ ਰਹੇ ਹੋ, ਇੱਧਰ ਸਾਡੇ ਕੋਲ ਇੱਕ ਨਿਸ਼ਾਨ ਐਰੋ, ਇੱਕ ਐਰੋ, ਇਹਦਾ ਮਤਲਬ ਇਹ ਦੋਨੋਂ ਜਿਹੜੀਆਂ ਰੇਖਾਵਾਂ ਨੇ ਉਹ ਆਪਸ ਦੇ ਵਿੱਚ ਸਮਾਨ ਅੰਤਰ ਨੇ, ਦੋਨੋਂ ਭੁਜਾਵਾਂ। ਇਸੇ ਢੰਗ ਦੇ ਨਾਲ ਇੱਥੇ ਦੋ ਜਿਹੜੇ ਐਰੋ ਲੱਗੇ ਹੋਏ ਨੇ, ਇਹਦਾ ਮਤਲਬ ਇਹ ਦੋਨੋਂ ਭੁਜਾਵਾਂ ਜਿਹੜੀਆਂ ਆਮੋ ਸਾਹਮਣੇ ਵਾਲੀਆਂ ਉਹ ਆਪਸ ਦੇ ਵਿੱਚ ਸਮਾਨ ਅੰਤਰ ਨੇ। ਜਦੋਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਦੇ ਜਿਹੜੇ ਦੋਨੋਂ ਜੋੜਿਆਂ ਦੇ ਜਦੋਂ ਜਿਹੜੇ ਦੋਨੋਂ ਜੋੜੇ ਨੇ ਸਾਨੂੰ ਦਿੱਤੇ ਹੋਏ ਚਤੁਰਭੁਜ ਦੇ ਆਮੋ ਸਾਹਮਣੇ ਜਿਹੜੇ ਭੁਜਾਵਾਂ ਨੇ ਉਹ ਸਮਾਨ ਅੰਤਰ ਨੇ, ਇਹਦਾ ਮਤਲਬ ਇਹ ਸਾਡੇ ਕੋਲ ਇੱਕ ਸਮਾਨ ਅੰਤਰ ਚਤੁਰਭੁਜ ਹੈ। ਠੀਕ ਹੈ, तो ਜੇਕਰ ਸਮਾਨ ਅੰਤਰ ਚਤੁਰਭੁਜ ਹੈ ਤਾਂ ਇਹਨਾਂ ਦੀ ਲੰਬਾਈ ਜਿਹੜੀ ਉਹ ਵੀ ਸਮਾਨ ਹੋਏਗੀ। ਇਸ ਭੁਜਾ ਦੀ ਲੰਬਾਈ ਇਹਦੇ ਬਰਾਬਰ ਹੋਏਗੀ ਔਰ ਇਸ ਭੁਜਾ ਦੀ ਜਿਹੜੀ ਲੰਬਾਈ ਹੈ ਉਹ ਇਸ ਭੁਜਾ ਦੇ ਬਰਾਬਰ ਹੋਏਗੀ। ਭਾਵ ਕਿ ਇਥੋਂ ਅਸੀਂ ਦੇਖ ਸਕਦੇ ਹਾਂ 9x ਜਿਹੜਾ ਹੈ ਉਹਦੀ ਕੀਮਤ ਸਾਡੇ ਕੋਲ 18 ਦੇ ਬਰਾਬਰ ਹੋਏਗੀ। ਇਥੋਂ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਆ ਜਾਂਦੀ ਹੈ 18 ਨੂੰ 9 ਨਾਲ ਭਾਗ ਕਰਾਂਗੇ 2 ਆ ਜਾਏਗੀ। ਠੀਕ ਹੈ, ਇਸੇ ਢੰਗ ਦੇ ਨਾਲ ਇਹਨਾਂ ਦੋਨਾਂ ਨੂੰ ਇਕੁਏਟ ਕਰ ਦਿਓ, ਆਮੋ ਸਾਹਮਣੇ ਵਾਲੀਆਂ ਭੁਜਾਵਾਂ 2y + 4 ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ 3 ਗੁਣਾ y - 1 ਦੇ ਬਰਾਬਰ ਹੋਏਗੀ। ਠੀਕ ਹੈ, ਇਹਨੂੰ ਆਪਾਂ ਹੱਲ ਕਰ ਲੈਂਦੇ ਹਾਂ। 2y + 4 ਬਰਾਬਰ 3y - 3। ਠੀਕ ਹੈ, तो ਇਹਦੇ ਵਿੱਚੋਂ y ਦੀ ਕੀਮਤ ਪਤਾ ਕਰਨ ਦੇ ਲਈ 4 ਇੱਥੇ ਰੱਖਾਂਗੇ, 3 ਨੂੰ ਇੱਧਰ ਲਿਆਓ, ਇਹ +3 ਹੋ ਜਾਏਗਾ। ਇਹ ਸਾਡੇ ਕੋਲ 3y ਹੈ ਸੱਜੇ ਪਾਸੇ, ਇਹ 2y ਨੂੰ ਉੱਧਰ ਸ਼ਿਫਟ ਕਰ ਲਓ, ਇਹ -2y ਹੋ ਜਾਏਗਾ। ਠੀਕ ਹੈ, तो 4 3 7 ਬਰਾਬਰ y ਆ ਜਾਏਗਾ। ਸਾਡੇ ਕੋਲ y ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ ਕੀ ਬਣ ਜਾਏਗੀ 7 ਬਣ ਜਾਏਗੀ। ਠੀਕ ਹੈ, तो x ਦੀ ਕੀਮਤ 2 ਤੇ y ਦੀ ਕੀਮਤ 7। ਇਹ ਵਾਲਾ तो B ਆਪਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ। B ਜਿਹੜਾ ਹੈ ਉਹ ਸਵਾਲ ਦਾ ਸਹੀ ਜਵਾਬ ਹੈ 2 ਅਤੇ 7। ਅਸੀਂ ਭਰ ਕੇ ਵੀ ਦੇਖ ਸਕਦੇ ਹਾਂ, ਇੱਥੇ x ਦੀ ਕੀਮਤ 2 ਭਰੋਗੇ ਤਾਂ 18 18 ਬਰਾਬਰ ਹੋ ਜਾਣਗੇ। ਇੱਥੇ y ਦੀ ਕੀਮਤ 7 ਭਰੋਗੇ, 7 ਦੂਣੀ 14 ਤੇ 4 18 ਔਰ ਇੱਥੇ 7 ਦੇ ਵਿੱਚੋਂ 1 ਮਾਈਨਸ ਕੀਤਾ 6 6 × 18। ਠੀਕ ਹੈ, ਇਹ ਵੀ ਦੋਨੋਂ ਭੁਜਾਵਾਂ ਦੀ ਲੰਬਾਈ ਜਿਹੜੀ ਉਹ ਬਰਾਬਰ ਹੋ ਜਾਏਗੀ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਫਾਈਂਡ ਦ ਪ੍ਰੋਬੇਬਿਲਿਟੀ ਆਫ ਗੈਟਿੰਗ ਅ G ਸੈਕਟਰ। G ਅਰਧਵਿਆਸੀ ਭਾਗ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ। ਇਹ ਸਾਡੇ ਕੋਲ ਇੱਕ ਚੱਕਰ ਹੈ। ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ 8 ਜਿਹੜੇ ਕਲਰ ਉਹ ਸਾਨੂੰ ਕੀਤੇ ਹੋਏ, 8 ਜਿਹੜੇ ਪਾਰਟ ਇਹਦੇ ਕੀਤੇ ਹੋਏ ਆ। 1 2 ਇਹ ਪਹਿਲਾ ਭਾਗ ਹੈ, ਦੂਜਾ ਭਾਗ, ਤੀਜਾ ਭਾਗ, ਚੌਥਾ, ਪੰਜਵਾਂ, ਛੇਵਾਂ ਭਾਗ, ਸੱਤਵਾਂ ਭਾਗ ਤੇ 8ਵਾਂ ਭਾਗ। ਠੀਕ ਹੈ, तो ਇਹਦੇ ਵਿੱਚ ਕੁੱਲ ਜਿਹੜੀ ਭਾਗ ਨੇ ਉਹ 8 ਨੇ, ਵਟਾ 8 ਅਸੀਂ ਲਿਖ ਲੈਣੇ। ਕਿਸੇ ਵੀ ਸੰਖਿਆ ਦੇ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਭਾਗ ਜਿੰਨੇ ਭਾਗ ਕਰਦੇ ਹਾਂ ਉਹ ਵਟਾ ਦੇ ਵਿੱਚ ਸਾਡੇ ਕੋਲ ਥੱਲੇ ਆ ਜਾਏਗਾ। ਠੀਕ ਹੈ, ਇਹਦੇ ਵਿੱਚੋਂ ਹੁਣ G ਦੇਖ ਲਓ ਕਿੰਨੀ ਵਾਰ ਆਉਂਦਾ ਹੈ। G ਸਾਡੇ ਕੋਲ 1 ਦੇ ਵਿੱਚ ਹੈ, 2 ਦੇ ਵਿੱਚ ਹੈ, 3 ਦੇ ਵਿੱਚ ਹੈ, 4 ਦੇ ਵਿੱਚ ਹੈ, 5 ਦੇ ਵਿੱਚ। ਇਹਦਾ ਮਤਲਬ 8 ਦੇ ਵਿੱਚੋਂ 5 ਦੇ ਵਿੱਚ ਤਾਂ 5 ਅਰਧਵਿਆਸੀ ਖੰਡਾਂ ਦੇ ਵਿੱਚ G ਲਿਖਿਆ ਹੋਇਆ। ਤਾਂ ਜਦੋਂ ਇਸ ਚੱਕਰ ਨੂੰ ਘੁਮਾਇਆ ਜਾਏਗਾ G ਆਉਣ ਦੀ ਜਿਹੜੀ ਸੰਭਾਵਨਾ ਹੈ ਕਿ ਇਹ ਜਿਹੜਾ ਤੀਰ ਦਾ ਨਿਸ਼ਾਨ ਹੈ ਉਹ G ਨੂੰ ਪੁਆਇੰਟ ਕਰੇਗਾ, G ਵੱਲ ਨੂੰ ਹੋਏਗਾ। ਇਸ ਦੀ ਸੰਭਾਵਨਾ ਸਾਡੇ ਕੋਲ 5/8 ਹੋਏਗੀ ਕਿਉਂਕਿ 8 ਖਾਨਿਆਂ ਦੇ ਵਿੱਚੋਂ 5 ਖਾਨਿਆਂ ਦੇ ਵਿੱਚ G ਲਿਖਿਆ ਹੋਇਆ। 8 ਦੇ ਵਿੱਚੋਂ 5 ਪਾ 5/8 ਸੰਭਾਵਨਾ। ਤਾਂ ਇਹਦਾ ਉੱਤਰ ਜਿਹੜਾ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ B ਬਣ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਹੈ 11ਵਾਂ ਸਾਡੇ ਕੋਲ ਹਾਊ ਮੈਨੀ ਨੰਬਰਸ ਆਰ ਪਰਫੈਕਟ ਸਕੁਆਇਰ ਫਰੋਮ 1 to 100। 1 ਤੋਂ 100 ਤੱਕ ਜਿਹੜੇ ਪਰਫੈਕਟ ਸਕੁਆਇਰ ਨੇ ਉਹ ਸਾਡੇ ਕੋਲ ਕਿੰਨੇ ਨੇ। तो ਇਹ ਵੈਸੇ ਸਾਨੂੰ ਯਾਦ ਹੀ ਹੋਣਾ ਚਾਹੀਦਾ ਪਰ ਆਪਾਂ ਇੱਕ ਵਾਰ ਲਿਖ ਕੇ ਦੇਖ ਲੈਂਦੇ। 1 ਦਾ ਵਰਗ 1, 2 ਦਾ ਵਰਗ 4, 3 ਦਾ ਵਰਗ 9 ਤੇ 4 ਦਾ ਵਰਗ 16, 5 ਦਾ ਵਰਗ 25, 6 ਦਾ ਵਰਗ 36, 36 ਤੋਂ ਬਾਅਦ ਸਾਡੇ ਕੋਲ ਅਗਲਾ ਜਿਹੜਾ ਵਰਗ ਹੈ ਉਹ ਕੀ ਆ ਜਾਂਦਾ ਹੈ 7 ਦਾ ਵਰਗ 49, 8 ਦਾ ਵਰਗ 64, ਫਿਰ 81 ਤੇ ਫਿਰ 10 ਦਾ ਵਰਗ 100। ਠੀਕ ਹੈ, तो 1 ਅਤੇ 100 ਦੇ ਵਿਚਕਾਰ ਕਿੰਨੇ ਪੂਰਨ ਵਰਗ ਹਨ। ਜੇ ਅਸੀਂ ਇਹ ਦੇਖਣਾ ਹੋਵੇ 1 ਅਤੇ 100 ਦੇ ਵਿਚਕਾਰ ਕਿੰਨੇ ਹਨ, ਵੈਸੇ ਇੱਥੇ ਇਹਦਾ ਜਿਹੜਾ ਉੱਤਰ ਹੈ ਉਹ ਬਣਦਾ ਹੈ 8 ਕਿਉਂਕਿ 1 ਅਤੇ 100 ਦੇ ਵਿਚਕਾਰ ਤਾਂ ਸਿਰਫ 8 ਹੈ। ਬਟ ਅਗਰ ਇੱਥੇ ਪੰਜਾਬੀ ਦੇ ਵਿੱਚ ਇਹ ਲਿਖਿਆ ਹੋਇਆ 1 ਅਤੇ 100 ਦੇ ਵਿਚਕਾਰ, ਇਹਦਾ ਭਾਵ ਬਣਦਾ ਕਿ 8 ਉੱਤਰ ਨੇ। ਇੰਗਲਿਸ਼ ਦੇ ਵਿੱਚ ਜਿਹੜਾ ਲਿਖਿਆ ਹੋਇਆ ਲਿਖਿਆ ਫਰੋਮ 1 to 100। ਠੀਕ ਹੈ, ਇੱਥੇ ਵੀ ਸਾਡੇ ਕੋਲ ਜਿਹੜਾ ਉਹ 1 ਤੋਂ 100 ਤੱਕ ਚਾਹੀਦਾ ਸੀ। 1 ਤੋਂ 100 ਤੱਕ ਕਿੰਨੇ ਪੂਰਨ ਵਰਗ ਹਨ।
ठीक है। फिर ਉਹਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਬਣ ਜਾਂਦਾ ਹੈ 10 ਬਣ ਜਾਂਦਾ ਹੈ। तो B ਜਿਹੜਾ ਹੈ ਇਹਦਾ ਬਿਲਕੁਲ सही आंसर है, ठीक है। बी पार्ट ਜਿਹੜਾ ਬਿਲਕੁਲ ਸਹੀ ਹੈ। ਇਸ ਤੋਂ ਬਾਅਦ 12ਵਾਂ ਸਵਾਲ ਹੈ ਸਾਡੇ ਕੋਲ find the smallest natural number that we need to multiply with 200 to make it a perfect square। 200 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਦੇ ਨਾਲ ਗੁਣਾ ਕੀਤਾ ਜਾਵੇ ਤਾਂ ਕਿ ਇਹ ਪੂਰਨ ਵਰਗ ਬਣ ਜਾਵੇ। तो ਇਹਦੇ ਲਈ ਸਾਨੂੰ ਕੀ ਕਰਨਾ ਪਏਗਾ 200 ਦਾ ਅਭਾਜ ਗੁਣਨਖੰਡੀਕਰਨ ਕਰਨਾ ਪਏਗਾ, ਠੀਕ ਹੈ। ਪ੍ਰਾਈਮ ਫੈਕਟਰਾਈਜੇਸ਼ਨ ਆਫ 200 ਕਰਾਂਗੇ ਆਪਾਂ। ਪਹਿਲੇ 2 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 100 ਆ ਜਾਏਗਾ, ਫਿਰ 2 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 50 ਬਣ ਜਾਏਗਾ, ਫਿਰ 2 ਨਾਲ ਭਾਗ ਕਰਾਂਗੇ ਸਾਡੇ ਕੋਲ 25 ਬਣ ਜਾਏਗਾ। ਇਸ ਤੋਂ ਬਾਅਦ ਫਿਰ 5 ਨਾਲ ਭਾਗ ਕਰਾਂਗੇ ਸਾਡੇ ਕੋਲ 5 ਆ ਜਾਏਗਾ, ਫਿਰ 5 ਨਾਲ ਭਾਗ ਕਰਾਂਗੇ ਸਾਡੇ ਕੋਲ 1 ਆ ਜਾਏਗਾ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਿਹੜੇ ਜੋੜੇ ਸਾਡੇ ਕੋਲ ਕਿਹਦੇ ਕਿਹਦੇ ਬਣਦੇ ਆ। 5 ਦਾ 5 ਨਾਲ ਜੋੜਾ ਬਣਦਾ ਹੈ, ਵੈਰੀ ਗੁੱਡ। 2 ਦਾ 2 ਨਾਲ ਜੋੜਾ ਬਣਦਾ ਹੈ, ਬਿਲਕੁਲ ਠੀਕ। ਇਹ 2 ਜਿਹੜਾ ਕੱਲਾ ਬਚ ਜਾਂਦਾ ਹੈ। तो ਇਸ 2 ਦਾ ਜੋੜਾ ਬਣਾਉਣ ਦੇ ਲਈ ਸਾਨੂੰ 200 ਨੂੰ 2 ਦੇ ਨਾਲ ਗੁਣਾ ਕਰਨਾ ਪਏਗਾ। 200 ਨੂੰ 2 ਦੇ ਨਾਲ ਗੁਣਾ ਕਰਾਂਗੇ ਇਹ ਸਾਡੇ ਕੋਲ ਬਣ ਜਾਏਗਾ 400 ਤੇ 400 ਦਾ ਜਿਹੜਾ ਵਰਗਮੂਲ ਹੁੰਦਾ ਉਹ ਸਾਡੇ ਕੋਲ 20 ਹੁੰਦਾ ਹੈ, ਠੀਕ ਹੈ ਨਾ। ਇਹਦਾ ਮਤਲਬ 400 ਜਿਹੜਾ ਹੈ ਉਹ ਫਿਰ ਸਾਡੇ ਕੋਲ ਪੂਰਨ ਵਰਗ ਬਣੇਗਾ। तो ਇਸ ਸੰਖਿਆ 200 ਨੂੰ ਪੂਰਨ ਵਰਗ ਬਣਾਉਣ ਦੇ ਲਈ ਛੋਟੀ ਤੋਂ ਛੋਟੀ ਜਿਹੜੀ ਸੰਖਿਆ ਹੈ ਉਹ 2 ਹੈ। 2 ਦੇ ਨਾਲ ਜੇਕਰ 200 ਨੂੰ ਗੁਣਾ ਕਰਾਂਗੇ ਤਾਂ ਇਹ ਪੂਰਨ ਵਰਗ ਬਣ ਜਾਂਦਾ ਸਾਡੇ ਕੋਲ, ਠੀਕ ਹੈ। ਇਸੇ ਢੰਗ ਦੇ ਨਾਲ ਅਸੀਂ ਉਲਟਾ ਵੀ ਕਰ ਸਕਦੇ ਹਾਂ ਕਿ ਇਹ ਸਾਡੇ ਕੋਲ 2 ਵੱਧ ਹੋਇਆ, ਇਹਨੂੰ ਹਟਾਉਣ ਦੇ ਲਈ ਅਸੀਂ 200 ਨੂੰ 2 ਦੇ ਨਾਲ ਭਾਗ ਕਰ ਦਿਆਂਗੇ, ਸਾਡੇ ਕੋਲ 100 ਆ ਜਾਏਗਾ, ਉਹ ਵੀ ਸਾਡੇ ਕੋਲ ਪੂਰਨ ਵਰਗ ਹੋਏਗਾ, ਠੀਕ ਹੈ। ਉਹ ਡਿਪੈਂਡ ਕਰਦਾ ਕਿ ਸਾਨੂੰ ਕੁਐਸਚਨ ਜਿਹੜਾ ਕਿਸ ਤਰ੍ਹਾਂ ਪੁੱਛਿਆ ਗਿਆ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਫਾਈਂਡ ਦ ਵੈਲਿਊ, ਮੁੱਲ ਪਤਾ ਕਰੋ। ਮੁੱਲ ਅਸੀਂ ਕਿਸ ਚੀਜ਼ ਦਾ ਪਤਾ ਕਰਨਾ ਹੈ, ਵਰਗਮੂਲ 21 ਜਮਾ ਵਰਗਮੂਲ 10 ਜਮਾ ਵਰਗਮੂਲ 36। तो ਇਹਦੇ ਵਿੱਚ ਅਸੀਂ ਬਿਲਕੁਲ ਅੰਦਰੋਂ ਸਟਾਰਟ ਕਰਾਂਗੇ, ਜਿਹੜੀ ਅੰਦਰ ਵਾਲੀ ਇਹ ਕੋਠੜੀ ਹੈ ਇਹਦੇ ਤੋਂ ਕੰਮ ਸਟਾਰਟ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਇਹ ਸਾਡੇ ਕੋਲ ਵਰਗਮੂਲ 21 ਇਸ ਢੰਗ ਦੇ ਨਾਲ ਹੀ ਇਹਨੂੰ ਰਹਿਣ ਦਿਓ। 10 ਦਾ ਵਰਗਮੂਲ ਜਿਹੜਾ ਹੈ ਉਹ ਵੀ ਇਸੇ ਢੰਗ ਦੇ ਨਾਲ ਰਹਿ ਜਾਏਗਾ। 36 ਦਾ ਜਿਹੜਾ ਵਰਗਮੂਲ ਉਹ ਸਾਡੇ ਕੋਲ ਹੁੰਦਾ ਹੈ 6। तो 10 ਨੂੰ 6 ਦੇ ਨਾਲ ਜੇਕਰ ਅਸੀਂ ਜੋੜਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 16 ਪਲੱਸ 16 ਦਾ ਵਰਗਮੂਲ ਹੋ ਗਿਆ। ਹੁਣ 16 ਦਾ ਵਰਗਮੂਲ ਸਾਨੂੰ ਪਤਾ ਕੀ ਹੁੰਦਾ ਹੈ, 16 ਦਾ ਵਰਗਮੂਲ ਹੁੰਦਾ ਹੈ 4, ठीक है। तो 16 का वर्गमूल 4 आ गया, फिर 21 ਨੂੰ 4 ਦੇ ਵਿੱਚ ਜੋੜਿਆ ਹੈ ਸਾਡੇ ਕੋਲ ਬਣ ਗਿਆ 25। 25 ਦਾ ਵਰਗਮੂਲ ਸਾਡੇ ਕੋਲ ਕੀ ਆ ਗਿਆ 5, ਠੀਕ ਹੈ। तो ਇਸ ਲਈ ਇਸ ਸਵਾਲ ਦਾ ਜਿਹੜਾ ਉੱਤਰ ਹੈ ਇਸ ਦਾ ਸਾਡੇ ਕੋਲ ਮੁੱਲ ਹੈ ਉਹ ਕੀ ਬਣਦਾ ਹੈ 5। तो ਇਸ ਸਵਾਲ ਦਾ B ਜਿਹੜਾ ਪਾਰਟ ਹੈ ਉਹ ਬਿਲਕੁਲ ਸਹੀ ਜਵਾਬ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਇਨ ਦ ਪਾਈ ਚਾਰਟ what will be the central angles of school time। ਦਿੱਤੇ ਪਾਈ ਚਾਰਟ ਵਿੱਚ ਸਕੂਲ ਸਮੇਂ ਦਾ ਕੇਂਦਰੀ ਕੋਣ ਕੀ ਹੋਵੇਗਾ। ਹੁਣ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਇਹ ਸਾਡੇ ਕੋਲ ਪੂਰੇ ਜਿਹੜੇ 24 ਘੰਟੇ ਹੋਣਗੇ, 24 ਘੰਟਿਆਂ ਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ। 8 ਘੰਟੇ ਸੌਣਾ, 6 ਘੰਟੇ ਦਾ ਜਿਹੜਾ ਸਕੂਲ ਹੈ, 8 6 14, 14 ਤੇ 3 ਘੰਟੇ ਖੇਡਣ ਵਾਸਤੇ, 14 ਤੇ 3 ਜਿਹੜੇ ਸਾਡੇ ਕੋਲ ਇਹ ਬਣ ਜਾਂਦੇ ਨੇ 17, ਫਿਰ 3 ਘੰਟੇ ਹੋਰ ਕੰਮਾਂ ਵਾਸਤੇ, 3 20 ਤੇ 4 ਘੰਟੇ ਹੋਮਵਰਕ ਕਰਨ ਵਾਸਤੇ 24। तो 24 ਘੰਟਿਆਂ ਨੂੰ ਕਿਸੇ ਵੀ ਇੱਕ ਸਮਝ ਲਓ ਬੱਚੇ ਦੀ ਜਿਹੜੀ ਦਿਨਚਰਿਆ ਹੈ ਉਹਨੂੰ ਇਸ ਢੰਗ ਦੇ ਨਾਲ 5 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। 4 ਘੰਟੇ 8 ਘੰਟੇ ਸੌਣ ਦੇ ਲਈ, 6 ਘੰਟੇ ਸਕੂਲ, 3 ਘੰਟੇ ਖੇਲਣਾ, 3 ਘੰਟੇ ਹੋਰ ਖਾਣਾ ਪੀਣਾ ਨਹਾਉਣਾ ਧੋਣਾ ਤੇ 4 ਘੰਟੇ ਜਿਹੜੇ ਉਹ ਹੋਮਵਰਕ ਆਪਣਾ ਕੰਮ ਜਿਹੜਾ ਉਹ ਕਰਦਾ ਹੈ, ਠੀਕ ਹੈ। ਦੇਖ ਲਓ ਇਹ ਬੱਚਾ 4 ਘੰਟੇ ਪੜ੍ਹਦਾ ਹੈ, ਅਸੀਂ ਕਿੰਨਾ ਚਿਰ ਪੜ੍ਹਦੇ ਹਾਂ ਇਹ ਵੀ ਅਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ। तो ਇਹਦੇ ਵਿੱਚ ਪੁੱਛਿਆ ਗਿਆ ਕਿ ਸਕੂਲ ਦਾ ਜਿਹੜਾ ਕੇਂਦਰੀ ਕੋਣ ਹੈ ਉਹ ਕਿੰਨਾ ਹੋਏਗਾ। ਹੁਣ ਇੱਥੇ ਸਾਡੇ ਕੋਲ ਅਲੱਗ-ਅਲੱਗ ਜਿਹੜੇ ਕੋਣ ਬਣਨਗੇ, ਜਿੰਨਾ ਜ਼ਿਆਦਾ ਟਾਈਮ ਜਿਸ ਪੋਰਸ਼ਨ ਦੇ ਵਿੱਚ ਹੈ ਉਨਾ ਹੀ ਉਹਦਾ ਕੋਣ ਜਿਹੜਾ ਉਹ ਸਾਡੇ ਕੋਲ ਵੱਡਾ ਹੋਏਗਾ, ਠੀਕ ਹੈ। तो पूरे 24 घंटे है तो ये ਜਿਹੜਾ ਸਾਡੇ ਕੋਲ ਕੰਪਲੀਟ ਐਂਗਲ ਹੈ ਉਹ ਹੈ 360 ਡਿਗਰੀ ਦਾ, ਠੀਕ ਹੈ। तो 360 ਡਿਗਰੀ ਦਾ ਜੇਕਰ ਅਸੀਂ ਇਹ ਕਰਨਾ ਹੋਵੇ, ਇਹਦੇ ਚ ਪਤਾ ਕਰਨਾ ਹੋਵੇ 1 ਘੰਟੇ ਦੇ ਵਿੱਚ ਸਾਡੇ ਕੋਲ ਕਿੰਨਾ ਕੋਣ ਬਣੇਗਾ। तो 24 ਘੰਟੇ ਹੁੰਦੇ ਨੇ ਇੱਕ ਦਿਨ ਦੇ ਵਿੱਚ, 360 ਨੂੰ ਅਸੀਂ 24 ਦੇ ਨਾਲ ਭਾਗ ਕਰ ਦਿਆਂਗੇ, ਠੀਕ ਹੈ। ਉਸ ਤੋਂ ਬਾਅਦ ਕਿਉਂਕਿ ਸਾਡੇ ਕੋਲ ਅਸੀਂ ਸਕੂਲ ਵਾਲੇ ਜਿਹੜਾ ਸਾਡੇ ਕੋਲ ਚਾਰਟ ਹੈ, ਜਿਹੜਾ ਸਕੂਲ ਵਾਲਾ ਪੋਰਸ਼ਨ ਹੈ ਇਹਦਾ ਅਸੀਂ ਕੋਣ ਪਤਾ ਕਰਨਾ ਹੈ। तो ਸਕੂਲ ਦਾ ਜਿਹੜਾ ਟਾਈਮ ਹੈ ਉਹ ਸਾਡੇ ਕੋਲ 6 ਘੰਟੇ ਦਾ ਹੈ, ਤਾਂ ਇਹਨੂੰ ਅਸੀਂ 6 ਦੇ ਨਾਲ ਗੁਣਾ ਕਰ ਦਿਆਂਗੇ, ਠੀਕ ਹੈ। तो ਇਹਨੂੰ ਸਿੰਪਲੀਫਾਈ ਕਰਕੇ ਜੋ ਸਾਡੇ ਕੋਲ ਆਨਸਰ ਆਏਗਾ ਉਹੀ ਹੋਏਗਾ। 6 ਨੂੰ ਅਸੀਂ 24 ਨਾਲ ਕੱਟ ਸਕਦੇ ਹਾਂ, 6 ਚੌਕਾ 24 4, तो 4 360 ਨੂੰ ਅਸੀਂ 4 ਦੇ ਨਾਲ ਕੱਟ ਸਕਦੇ ਹਾਂ, ਸਾਡੇ ਕੋਲ ਆਏਗਾ 90 ਡਿਗਰੀ। ਸੋ ਸਕੂਲ ਵਾਲੇ ਕੋਣ ਦੇ ਵਿੱਚ ਜਿਹੜਾ ਸਾਡੇ ਕੋਲ ਸਕੂਲ ਵਾਲੇ ਅਰਧਵਿਆਸੀ ਖੰਡ ਦੇ ਵਿੱਚ ਜਿਹੜਾ ਕੋਣ ਬਣੇਗਾ ਸੈਂਟਰ ਦੇ ਉੱਤੇ ਉਹ ਸਾਡੇ ਕੋਲ 90 ਡਿਗਰੀ ਦਾ ਬਣੇਗਾ। तो ਇਹ ਸਵਾਲ ਦਾ ਜਿਹੜਾ ਸਹੀ ਉੱਤਰ ਹੈ ਉਹ ਸਾਡੇ ਕੋਲ ਡੀ ਪਾਰਟ ਹੈ, ਠੀਕ। ਵੈਸੇ ਵੀ ਅਸੀਂ ਸਮਝ ਸਕਦੇ ਹਾਂ 24 ਦੇ ਵਿੱਚੋਂ ਜਿਹੜਾ 6 ਹੈ ਉਹ ਚੌਥਾ ਹਿੱਸਾ ਹੈ, ਹਨਾ। 24 ਦੇ ਵਿੱਚੋਂ 6 ਚੌਥਾ ਹਿੱਸਾ ਹੈ, 6 ਚੌਕਾ 24 ਹੁੰਦੇ ਨੇ, ਇਸ ਲਈ 360 ਡਿਗਰੀ ਦਾ ਵੀ ਚੌਥਾ ਹਿੱਸਾ ਅਸੀਂ ਕਰ ਦਾਂਗੇ, ਉਹ ਸਾਡੇ ਕੋਲ 90 ਡਿਗਰੀ ਆ ਜਾਏਗਾ, ਠੀਕ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ following data is weights in kilogram of
20 स्टूडेंट्स 40 38 33 48 60 ये सानू कुछ भार दिते हुए ने बच्चों के, ठीक है। यूजिंग क्लास इंटरवल्स 30 to 35 35 to 40 and so on, prepare frequency table. What will be the frequency of interval 30 to 35? ਹੇਠਾਂ ਦਿੱਤੇ ਅੰਕੜਿਆਂ ਵਿੱਚ 20 ਵਿਦਿਆਰਥੀਆਂ ਦਾ ਵਜ਼ਨ ਜਿਹੜਾ ਕਿਲੋਗ੍ਰਾਮਾਂ ਦੇ ਵਿੱਚ ਦਰਸਾਇਆ ਗਿਆ ਹੈ, ਠੀਕ ਹੈ। ਇਹ ਸਾਡੇ ਕੋਲ 20 ਬੱਚਿਆਂ ਦਾ ਭਾਰ ਹੈ, ਉਹਦੇ ਵਿੱਚੋਂ ਇਹਦਾ ਹੁਣ ਅਸੀਂ ਪਹਿਲਾਂ ਤੇ ਟੇਬਲ ਜਿਹੜਾ ਸਾਰਣੀ ਹੈ ਬਾਰੰਬਾਰਤਾ ਸਾਰਣੀ ਅਸੀਂ ਬਣਾਉਣੀ ਹੈ, ਤੇ ਉਹਦੇ ਵਿੱਚੋਂ ਫਿਰ ਦੱਸਣਾ ਕਿ 35 ਤੋਂ 35 ਦੀ ਬਾਰੰਬਾਰਤਾ ਕੀ ਹੋਵੇਗੀ। ਤੋ ਇਹਦੇ 'ਚ ਹੁਣ ਦੇਖੋ, ਜੇ ਤਾਂ ਅਸੀਂ ਪੇਪਰ ਦੇ ਵਿੱਚ ਕੁਐਸਚਨ ਕਰਨਾ ਹੈ ਪੂਰਾ ਆਨਸਰ, ਫਿਰ ਤਾਂ ਅਸੀਂ ਇਹਨੂੰ ਪਹਿਲਾਂ ਟੇਬਲ ਜਿਹੜਾ ਸਾਨੂੰ ਬਣਾਉਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਪਰ ਅਗਰ ਅਸੀਂ ਹੁਣ ਸਿਰਫ ਇੱਥੇ ਆਪਸ਼ਨ ਦੱਸਣੀ ਹੈ ਕਿ A B C D ਕਿਹੜੀ ਆਪਸ਼ਨ ਜਿਹੜੀ ਸਹੀ ਹੋਏਗੀ, ਤਾਂ ਸਾਨੂੰ ਪੂਰੀ ਸਾਰਣੀ ਬਣਾਉਣ ਦੀ ਜ਼ਰੂਰਤ ਨਹੀਂ ਹੈ, ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈ। ਤੋ ਇਹਦੇ ਵਿੱਚ ਸਿਰਫ ਤੇ ਸਿਰਫ ਆਪਾਂ ਇਹ ਦੇਖਣਾ ਹੈ 30 ਤੋਂ 35 ਦੇ ਵਿਚਕਾਰ ਕਿੰਨੇ ਭਾਰ ਜਿਹੜੇ ਸਾਡੇ ਕੋਲ ਆਉਂਦੇ ਆ। ਅਸੀਂ 30 ਨੂੰ ਗਿਣਨਾ ਹੈ ਪਰ 35 ਨੂੰ ਇਹਦੇ ਵਿੱਚ ਨਹੀਂ ਗਿਣਨਾ, ਠੀਕ ਹੈ। ਤੋ 30 ਤੋਂ ਲੈ ਕੇ 35 ਦੇ 30 ਤੋਂ ਲੈ ਕੇ 35 ਤੋਂ ਥੱਲੇ ਥੱਲੇ ਕਿੰਨੇ ਕਿੰਨੇ ਬੱਚਿਆਂ ਦਾ ਭਾਰ ਹੈਗਾ ਉਹ ਅਸੀਂ ਦੇਖ ਲੈਂਦੇ ਹਾਂ। ਉਹਦੇ ਵਿੱਚ ਸਾਡੇ ਕੋਲ ਇੱਕ ਤੇ ਇਹ ਬਣ ਜਾਂਦਾ ਹੈ 33, ਦੂਜਾ ਸਾਡੇ ਕੋਲ ਇਹ ਬਣ ਜਾਂਦਾ ਹੈ 31, ਫਿਰ ਇਹ ਸਾਡੇ ਕੋਲ ਬਣ ਜਾਂਦਾ ਹੈ 34। ਇਸ ਤੋਂ ਬਾਅਦ ਸਾਡੇ ਕੋਲ ਕੋਈ ਵੀ ਭਾਰ ਨਹੀਂ ਹੈ ਜਿਹੜਾ ਇਸ ਸਾਰਣੀ ਦੇ ਵਿੱਚ, ਇਸ ਰੇਂਜ ਦੇ ਵਿੱਚ, ਇਸ ਕਲਾਸ ਇੰਟਰਵਲ, ਇਸ ਵਰਗ ਅੰਤਰਾਲ ਦੇ ਵਿੱਚ ਆਉਂਦਾ ਹੋਵੇ, ਠੀਕ ਹੈ। 30 ਜਾਂ 30 ਤੋਂ ਜ਼ਿਆਦਾ ਪਰ 35 ਤੋਂ ਘੱਟ। ਤੋ ਉਹਦੇ 'ਚ ਆਪਾਂ ਦੇਖ ਲੈਂਦੇ ਹਾਂ, ਸਿਰਫ ਇਹੀ ਬਣੇ 33 31 ਤੇ 34। 40 भी नहीं आएगा, 38 भी नहीं आएगा, 48 60 53 46 कट के देख लेने एक बार, कोई गलती लगते 49 भी नहीं हो सकता, ये भी नहीं हो सकता, ये भी नहीं हो सकता, 49 65 42 ये सारे ज़्यादा वाले ने, ठीक है। 38 ਤੇ 39। सो ਸਾਡੇ ਕੋਲ ਉੱਤਰ ਸਿਰਫ ਆਇਆ 3, ਠੀਕ ਹੈ। ਤੋ ਇਸ ਜਿਹੜੇ ਵਰਗ ਅੰਤਰਾਲ ਦੀ ਜਿਹੜੀ ਸਾਡੇ ਕੋਲ ਬਾਰੰਬਾਰਤਾ ਫ੍ਰੀਕੁਐਂਸੀ ਉਹ ਸਾਡੇ ਕੋਲ 3 ਹੋਏਗੀ। ਤੋ ਡੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੈ ਇਸ ਸਵਾਲ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਅਗਲਾ 16ਵਾਂ ਸਵਾਲ ਹੈ ਸਾਡੇ ਕੋਲ, ਕਿਊਬ ਆਫ ਅ ਨੰਬਰ ਇਜ਼ 1,25,000, ਠੀਕ ਹੈ। 1,25,000 ਕਿਸੇ ਸੰਖਿਆ ਦਾ ਕਣ ਹੈ। ਸੰਖਿਆ ਪਤਾ ਕਰੋ। ਇਸ ਸੰਖਿਆ ਅਸੀਂ ਪਤਾ ਕਰਨੀ ਹੈ। ਤੋ ਬੜੀ ਆਸਾਨੀ ਦੇ ਨਾਲ ਅਸੀਂ ਇਹਨੂੰ ਕਰ ਸਕਦੇ ਹਾਂ। ਜਿਹੜਾ 125 ਹੈ, 125 ਨਾਲ 3 ਜ਼ੀਰੋਆਂ ਨੇ, ਇਹਨੂੰ ਅਸੀਂ ਲਿਖ ਸਕਦੇ ਹਾਂ 125 ਗੁਣਾ 1000, ਠੀਕ ਹੈ। ਹੁਣ 125 ਕਿਹਦਾ ਕਣ ਹੁੰਦਾ? 125 ਹੁੰਦਾ 5 ਦਾ ਕਣ, ਔਰ ਜਿਹੜਾ 1000 ਹੈ ਕਿਹਦਾ ਕਣ ਹੁੰਦਾ? 10 ਦਾ ਕਣ ਹੁੰਦਾ, ਠੀਕ ਹੈ। तो ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨੂੰ ਜੇ ਇਕੱਠਾ ਕਰਕੇ ਆਪਾਂ ਲਿਖ ਸਕਦੇ ਹਾਂ तो ये 50 5 गुणा 10 ਭਾਵ ਕਿ 50 ਦਾ ਕਣ ਹੋ ਗਿਆ, ਠੀਕ ਹੈ। ਇਹਦਾ ਮਤਲਬ ਜਿਹੜਾ ਇਹ ਵਾਲੀ ਸੰਖਿਆ ਹੈ ਇਹ ਸਾਡੇ ਕੋਲ 50 ਦਾ ਕਣ ਹੈ, ਠੀਕ ਹੈ। तो ਇਹ ਸਹੀ ਉੱਤਰ ਜਿਹੜਾ ਇਹਦਾ ਸਾਡੇ ਕੋਲੋਂ ਕੀ ਹੋ ਜਾਏਗਾ? 50 ਹੋ ਜਾਏਗਾ, ਠੀਕ ਹੈ। ਇਹ ਸਾਡੇ ਕੋਲ ਸ਼ਾਰਟਕਟ ਹੈ, ਇਹਦੇ ਨਾਲ ਅਸੀਂ ਇਹਦਾ ਉੱਤਰ ਪਤਾ ਕਰ ਸਕਦੇ ਹਾਂ। ਅਦਰਵਾਈਜ਼ ਜੇ ਇਹਨੂੰ ਕਰਨਾ ਹੋਵੇ ਤਾਂ ਉਹਦੇ ਲਈ ਸਾਨੂੰ ਜਿਹੜੀ ਭਾਜ ਗੁਣਨਖੰਡੀ ਕਰਨੇ ਦਾ ਕਰਨਾ ਪਏਗਾ, ਠੀਕ ਹੈ। ਔਰ ਇਹਨੂੰ ਜਦੋਂ ਤੁਸੀਂ ਭਾਗ ਕਰੋਗੇ ਪਹਿਲਾਂ 2 ਦੇ ਨਾਲ ਕਰੋਗੇ, ਫਿਰ 2 ਦੇ ਨਾਲ ਕਰੋਗੇ, ਜਿੰਨਾ ਵੀ ਇਹ ਹੁੰਦਾ ਜਾਂਦਾ ਉਸ ਤੋਂ ਬਾਅਦ ਫਿਰ 3-3 ਦੇ ਗਰੁੱਪ ਬਣਾ ਕੇ ਉਹਦੇ ਵਿੱਚੋਂ ਇੱਕ ਇੱਕ ਸੰਖਿਆ ਲੈ ਕੇ ਤਿੰਨਾਂ ਗਰੁੱਪਾਂ ਦੇ ਵਿੱਚ ਉਹਨੂੰ ਗੁਣਾ ਕਰੋਗੇ ਤਾਂ ਵੀ ਤੁਹਾਡੇ ਕੋਲ ਇਹਦਾ ਕਣਫਲ ਜਿਹੜਾ ਕਣਮੂਲ ਹੈ ਉਹ ਪਤਾ ਕੀਤਾ ਜਾ ਸਕਦਾ ਹੈ, ਠੀਕ ਹੈ। ਤੋ ਇਹ ਸੰਖਿਆ ਜਿਸ ਦਾ ਕਣ ਹੈ ਤਾਂ ਅਸੀਂ ਫਾਈਂਡ ਦਾ ਨੰਬਰ ਦਾ ਮਤਲਬ ਹੈ ਕਿ ਅਸੀਂ ਇਹ ਸੰਖਿਆ ਦਾ ਜਿਹੜਾ ਕਣਮੂਲ ਪਤਾ ਕਰਨਾ ਸੀ, ਠੀਕ ਹੈ। ਤੋ ਕਣਮੂਲ ਅਸੀਂ ਪਤਾ ਕਰ ਲਿਆ, ਉਹ ਸਾਡੇ ਕੋਲ ਜਿਹੜਾ ਹੈ 50 ਦਾ ਕਣ ਬਣੇਗਾ। ਇਹ ਸੰਖਿਆ ਜਿਹੜੀ 1,25,000 ਹੈ ਇਹ 50 ਦਾ ਕਣ ਹੈ, ਤੋ ਸੰਖਿਆ ਜਿਹੜੀ ਸਾਡੇ ਕੋਲੋਂ 50 ਬਣ ਜਾਂਦੀ ਹੈ, ਠੀਕ ਹੈ। 50 ਇਜ਼ ਦਾ ਆਨਸਰ। ਸੋ ਇਸ ਸਵਾਲ ਦਾ ਸਹੀ ਉੱਤਰ ਜਿਹੜਾ ਸਾਡੇ ਕੋਲੋਂ ਬੀ ਪਾਰਟ ਹੈ। ਇਸ ਤੋਂ ਬਾਅਦ 17ਵਾਂ ਸਵਾਲ ਸਾਡੇ ਕੋਲ ਹੈ, ਦਾ ਏਰੀਆ ਆਫ ਅ ਸਕੁਆਇਰ ਫੀਲਡ ਇਜ਼ 2304 ਸਕੁਆਇਰ ਮੀਟਰਸ। ਫਾਈਂਡ ਦ ਸਾਈਡ ਆਫ ਦ ਸਕੁਆਇਰ ਫੀਲਡ। ਇੱਕ ਵਰਗਾਕਾਰ ਖੇਤ ਦਾ ਖੇਤਰਫਲ 2304 ਵਰਗ ਮੀਟਰ ਹੈ। ਵਰਗਾਕਾਰ ਖੇਤ ਦੀ ਭੁਜਾ ਪਤਾ ਕਰੋ, ਠੀਕ ਹੈ। तो ਇਹਦੇ ਵਿੱਚ ਹੁਣ ਅਸੀਂ ਪਏਗਾ ਇਸ 2304 ਜਿਹੜਾ ਨੰਬਰ ਹੈ ਇਹਦਾ ਵਰਗਮੂਲ ਪਤਾ ਕਰਨਾ ਪਏਗਾ, ਠੀਕ ਹੈ। ਵਰਗਮੂਲ ਪਤਾ ਕਰਨਾ ਸਾਨੂੰ ਆਉਂਦਾ 2304 ਦੀ ਦਾ ਭਾਜ ਗੁਣਨਖੰਡੀਕਰਨ ਕਰ ਦੋ, ਜਾਂ ਸਾਡੇ ਕੋਲ ਵੰਡ ਵਿਧੀ ਦੇ ਨਾਲ ਵੀ ਅਸੀਂ ਇਹਨੂੰ ਪਤਾ ਕਰ ਸਕਦੇ ਹਾਂ, ਠੀਕ ਹੈ। तो ਦੋਨੋਂ ਤਰੀਕੇ ਆਪਾਂ ਇੱਥੇ ਕਰ ਲਾਂਗੇ। ਪਹਿਲਾਂ ਅਸੀਂ ਭਾਜ ਗੁਣਨਖੰਡੀਕਰਨ ਦੇ ਨਾਲ ਦੇਖ ਲੈਣੇ। ਇਹਨੂੰ 2 ਦੇ ਨਾਲ ਭਾਗ ਕਰਾਂਗੇ, ਪਹਿਲਾਂ 1 ਆਏਗਾ, ਫਿਰ 1 ਆਏਗਾ, ਫਿਰ 5 ਆਏਗਾ, ਫਿਰ 2 ਆਏਗਾ, ਫਿਰ 2 ਦੇ ਨਾਲ ਭਾਗ ਕਰੋ, ਇਹ ਸਾਡੇ ਕੋਲ ਬਣ ਜਾਏਗਾ 5। ਇਹ ਸੰਖਿਆ ਨੂੰ 2 ਨਾਲ ਭਾਗ ਕਰਨ ਤੇ ਜੋ ਵੀ ਸਾਡੇ ਕੋਲ ਆਉਂਦਾ ਉੱਥੇ ਲਿਖਣਾ ਸੀ, ਹੈ ਨਾ। ਇਸ ਤੋਂ ਬਾਅਦ ਫਿਰ 15 ਬਚਦਾ ਹੈ, 15 ਨੂੰ 2 ਨਾਲ ਭਾਗ ਕਰਾਂਗੇ, ਸਾਡੇ ਕੋਲ 7 ਆ ਜਾਏਗਾ। ਫਿਰ ਸਾਡੇ ਕੋਲ ਇੱਥੇ 14 ਜਿਹੜਾ 7 ਦੂਣੀ 14 ਹੁੰਦੇ ਨੇ, 1 ਫਿਰ ਬਚ ਜਾਂਦਾ, 1 ਤੇ 2 12, ਇਹ ਸਾਡੇ ਕੋਲ ਬਣਦਾ ਹੈ, ਫਿਰ 6 ਤੇ ਜਾਏਗਾ, ਠੀਕ ਹੈ। ਇਹਨੂੰ ਫਿਰ 2 ਨਾਲ ਭਾਗ ਕਰਾਂਗੇ ਕਿਉਂਕਿ ਜਿਸ ਸੰਖਿਆ ਹੈ ਤਾਂ 2, ਫਿਰ ਸਾਡੇ ਕੋਲ 8 ਤੇ ਜਾਏਗਾ, 8 ਦੂਣੀ 16, ਫਿਰ 8 ਦੂਣੀ 16, ਫਿਰ ਅਸੀਂ ਇਹਨੂੰ 2 ਤੇ ਭਾਗ ਕਰਾਂਗੇ, 1 4 4 ਆ ਜਾਏਗਾ,
ਫਿਰ 2 ਤੇ ਭਾਗ ਕਰਾਂਗੇ ਸਾਡੇ ਕੋਲ 72 ਬਣੇਗਾ। ਫਿਰ ਅਸੀਂ ਇਹਨੂੰ 2 ਤੇ ਭਾਗ ਕਰਦੇ ਹਾਂ ਤੇ ਸਾਡੇ ਕੋਲ ਬਣ ਜਾਂਦਾ ਹੈ 36। ਫਿਰ 2 ਤੇ ਭਾਗ ਕਰਾਂਗੇ ਤਾਂ 18, ਫਿਰ 2 ਤੇ ਭਾਗ ਕਰਾਂਗੇ ਤਾਂ 9, ਫਿਰ 3 ਤੇ ਭਾਗ ਕਰਾਂਗੇ ਤਾਂ 3, ਫਿਰ 3 ਤੇ ਭਾਗ ਕਰਾਂਗੇ ਤਾਂ 1। ਠੀਕ ਹੈ, तो ये ਅਸੀਂ ਦੇਖ ਲੈਂਦੇ ਹਾਂ ਜੋੜੇ ਸਾਡੇ ਕੋਲ ਕਿਵੇਂ ਬਣਦੇ ਨੇ। ਇਹ 2 ਦਾ ਇੱਕ ਗਰੁੱਪ ਹੋ ਗਿਆ, ਇਹ ਸਾਡੇ ਕੋਲ ਇੱਕ ਗਰੁੱਪ, ਇਹ ਸਾਡੇ ਕੋਲ ਇੱਕ ਜੋੜਾ, ਇਹ ਸਾਡੇ ਕੋਲ ਇੱਕ ਜੋੜਾ, ਇਹ ਇੱਕ ਜੋੜਾ। ਠੀਕ ਹੈ, तो ਇਹ ਸਾਰਿਆਂ ਦੇ ਵਿੱਚੋਂ ਅਸੀਂ ਹਰ ਇੱਕ ਜੋੜੇ ਦੇ ਵਿੱਚੋਂ ਇੱਕ ਇੱਕ ਅੰਕ ਜਿਹੜਾ ਲੈਣਾ 2 2 2 ਤੇ 2, ਕਿਉਂਕਿ 2 ਦੇ ਸਾਡੇ ਕੋਲ 4 ਜੋੜੇ ਬਣੇ ਨੇ, ਇਹਦੇ ਵਿੱਚੋਂ ਅਸੀਂ 4 2 ਲੈ ਲਏ, ਇੱਕ ਇੱਕ ਹਰ ਇੱਕ ਦੇ ਵਿੱਚੋਂ ਹਰ ਇੱਕ ਜੋੜੇ ਚੋਂ ਇੱਕ ਸਾਡੇ ਕੋਲੇ 3 ਆ ਜਾਏਗਾ। ਠੀਕ ਹੈ, तो ਇਹ ਸਾਡੇ ਕੋਲ ਬਣੇਗਾ 3 दूनी 6, 6 दूनी 12, 12 दूना 24, 24 दूना 48। लो जी 48 मीटर, भाव के सी ਜਿਹੜਾ ਸਾਡੇ ਕੋਲ ਬਿਲਕੁਲ ਸਹੀ ਜਵਾਬ ਹੈ। ਸਕੁਆਇਰ ਫੀਲਡ ਦੀ ਜਿਹੜੀ ਸਾਈਡ ਹੈ ਉਹ ਸਾਡੇ ਕੋਲ 48 ਮੀਟਰ ਹੋਏਗੀ। तो ਇਸੇ ਹੀ ਸਵਾਲ ਨੂੰ ਅਸੀਂ ਵੰਡ ਵਿਧੀ ਦੇ ਨਾਲ ਵੀ ਕਰ ਸਕਦੇ ਹਾਂ। ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਇਹ ਜਿਹੜੀ ਸੰਖਿਆ ਸਾਡੇ ਕੋਲ 2324 ਹੈ, 2304 ਸੌਰੀ, ਉਹਦੇ ਵਿੱਚ ਪਹਿਲੇ ਤੇ ਅਸੀਂ 2 2 ਦੇ ਪੇਅਰ ਜਿਹੜੇ ਪਿੱਛੋਂ ਬਣਾ ਲੈਂਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਕੋਈ ਅਸੀਂ ਸੰਖਿਆ ਜਿਹਦਾ ਵਰਗ 23 ਤੋਂ ਨਾ ਵਧੇ ਉਹ ਸਾਡੇ ਕੋਲ ਹੈ 4। 4 ਦਾ ਵਰਗ ਸਾਡੇ ਕੋਲ ਜਿਹੜਾ 16 ਆ ਜਾਏਗਾ। ਠੀਕ ਹੈ, तो 16 ਦੇ ਵਿੱਚੋਂ ਜਦੋਂ ਅਸੀਂ 23 ਚੋਂ 16 ਮਾਈਨਸ ਕਰਾਂਗੇ ਸਾਡੇ ਕੋਲ ਬਣੇਗਾ 7, ਫਿਰ ਉੱਪਰੋਂ 04 ਅਸੀਂ ਜਿਹੜਾ ਜੋੜਾ ਹੈ ਉਤਾਰ ਲਵਾਂਗੇ। 4 ਦਾ ਜਿਹੜਾ ਡਬਲ ਹੈ ਉਹ ਸਾਡੇ ਕੋਲ ਇੱਥੇ ਆ ਜਾਏਗਾ 8। तो 8 ਨੂੰ ਅਸੀਂ ਇੱਥੇ ਕਿਸ ਸੰਖਿਆ ਦੇ ਨਾਲ ਗੁਣਾ ਕਰੀਏ, ਜੋ ਸੰਖਿਆ ਰੱਖੀਏ ਉਸੇ ਨਾਲ ਗੁਣਾ ਕਰੀਏ, ਸਾਡੇ ਕੋਲ 704 ਤੋਂ ਵਧੇ ਨਾ। 8 ਦੇ ਨਾਲ ਜੇਕਰ ਅਸੀਂ 8 ਹੀ ਰੱਖਦੇ ਹਾਂ तो 8 ਦੇ ਨਾਲ ਗੁਣਾ ਕਰਦੇ ਹਾਂ, 8 × 64, 8 × 64 ਤੇ 6 70, तो ਇਹ ਸਾਡੇ ਕੋਲ 704 ਬਣ ਜਾਂਦਾ ਹੈ। ਠੀਕ ਹੈ, ਇਹਦਾ ਮਤਲਬ ਸਾਡੇ ਕੋਲ 2304 ਦਾ ਜਿਹੜਾ ਵਰਗ ਹੈ ਉਹ ਸਾਡੇ ਕੋਲ ਕੀ ਹੈ 48 ਮੀਟਰ। ਠੀਕ ਹੈ ਜੀ, 48 ਮੀਟਰ ਸਾਡੇ ਕੋਲ ਇਸ ਸਵਾਲ ਦਾ ਸਹੀ ਜਵਾਬ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ, ਇਨ ਐਡਜੋਇਨਿੰਗ ਪਾਈ ਚਾਰਟ ਇਫ ਦ ਮੰਥਲੀ ਸੇਵਿੰਗਸ ਆਫ ਦ ਫੈਮਿਲੀ is rupees 3000, what is the total monthly expenditure on all items। ਦਿੱਤੇ ਪਾਈ ਚਾਰਟ ਵਿੱਚ ਜੇਕਰ ਮਹੀਨਾਵਾਰ ਬਚਤ 3000 ਰੁਪਏ ਹੋਵੇ ਤਾਂ ਸਾਰੀਆਂ ਵਸਤਾਂ ਤੇ ਕੁੱਲ ਖਰਚ ਕੀ ਹੋਵੇਗਾ। ਠੀਕ ਹੈ ਜੀ, तो ਇਹ ਸਾਡੇ ਕੋਲ ਜਿਹੜਾ ਪੂਰਾ ਹੈ ਪਾਈ ਚਾਰਟ ਤੁਸੀਂ ਦੇਖ ਸਕਦੇ ਹੋ। ਕਿਸੇ ਵੀ ਫੈਮਿਲੀ ਦੀ ਜਿਹੜੀ ਮੰਥਲੀ ਇਨਕਮ ਹੈ ਉਹਦਾ ਜਿਹੜਾ ਸਾਰਾ ਐਕਸਪੈਂਡੀਚਰ ਦਿੱਤਾ ਹੋਇਆ, ਸਾਰੀ ਵੰਡ ਦਿੱਤੀ ਹੋਈ ਹੈ ਕਿ ਜੋ ਵੀ ਉਹਨਾਂ ਦੀ ਮੰਥਲੀ ਇਨਕਮ ਹੈ ਉਹਦੇ ਵਿੱਚੋਂ 10% ਉਹਨਾਂ ਦਾ ਹਾਊਸ ਰੈਂਟ ਜਿਹੜਾ ਘਰ ਦਾ ਕਿਰਾਇਆ ਦੇਣਾ ਪੈਂਦਾ ਹੈ, 15% ਉਹ ਬੱਚਿਆਂ ਦੀ ਪੜ੍ਹਾਈ ਤੇ ਚਲੇ ਜਾਂਦਾ ਹੈ, 25% ਖਾਣੇ ਤੇ ਚਲੇ ਜਾਂਦਾ ਹੈ, 10% ਕਲੋਥ ਤੇ ਚਲੇ ਜਾਂਦਾ ਹੈ। ਇਹ 15% ਹੈ ਜਿਹੜਾ ਉਹ ਸੇਵ ਕਰਦੇ ਨੇ। ਠੀਕ ਹੈ, 20% ਹੋਰ ਖਾਣਿਆਂ ਹੋਰ ਚੀਜ਼ਾਂ ਦੇ ਖਰਚ ਹੋ ਜਾਂਦਾ ਜਿਹਦਾ ਪਤਾ ਹੀ ਨਹੀਂ, ਛੋਟੇ ਮੋਟੇ ਖਰਚੇ ਜਿਹੜੇ ਕਈ ਨਿਕਲ ਜਾਂਦੇ ਨੇ। ਠੀਕ ਹੈ, 5% ਜਿਹੜਾ ਟਰਾਂਸਪੋਰਟ ਦਾ ਖਰਚਾ ਹੈ। तो ਇਹ ਕੁੱਲ ਜਿਹੜਾ ਹੈ ਉਹ ਖਰਚਾ ਹੈ, ਉਹ ਵੰਡ ਹੈ ਪੂਰੇ ਮਹੀਨੇ ਦੇ ਜੋ ਕਮਾਈ ਹੈ ਉਹ ਕਿੱਥੇ ਕਿੱਥੇ ਲੱਗਦੀ ਹੈ। ਠੀਕ ਹੈ, ਇਹਦੇ ਵਿੱਚੋਂ ਜਿਹੜੀ ਸਾਡੇ ਕੋਲ ਮਹੀਨਾਵਾਰ ਬਚਤ ਹੈ ਉਹ 3000 ਹੈ, ਔਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਮਹੀਨਾਵਾਰ ਬਚਤ ਹੈ ਉਹ ਸਾਡੇ ਕੋਲ 15% ਹੈ। ਮੰਨ ਲਓ ਕਿ ਸਾਡੇ ਕੋਲ ਫੈਮਿਲੀ ਦੀ ਜਿਹੜੀ ਇਨਕਮ ਹੈ ਉਹ x ਹੈ, ਤਾਂ ਉਸ x ਦਾ ਜਿਹੜਾ 15% ਹੈ, ਸੇਵਿੰਗ ਉਹਨਾਂ ਦੀ 15% ਹੈ, ਉਹ 3000 ਰੁਪਏ ਹੈ। तो ਅਸੀਂ ਕੀ ਕਹਿ ਸਕਦੇ ਹਾਂ, ਅਗਰ x ਬਚਤ ਹੈ ਪੂਰੀ x ਪੂਰੀ ਫੈਮਿਲੀ ਦੀ ਇਨਕਮ ਹੈ ਤਾਂ x ਦਾ 15% ਜਿਹੜਾ ਹੈ ਇਹ ਹੈ 3000। ਠੀਕ ਹੈ, तो ਇਹਦੇ ਵਿੱਚੋਂ ਅਸੀਂ ਜਿਹੜਾ x ਦੀ ਕੀਮਤ ਪਤਾ ਕਰਨੀ ਹੈ, ਦਾ ਮਤਲਬ ਗੁਣਾ ਹੋ ਜਾਏਗਾ 15% ਮਤਲਬ 15/100 ਹੋ ਜਾਏਗਾ ਬਰਾਬਰ 3000 ਹੋ ਜਾਏਗਾ। ਠੀਕ ਹੈ, तो ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਨ ਦੇ ਲਈ ਇਹ ਸਾਡੇ ਕੋਲ 15/100 ਹੈ ਇੱਧਰ, ਇਹਨੂੰ ਜਦੋਂ ਅਸੀਂ ਦੂਜੇ ਪਾਸੇ ਸ਼ਿਫਟ ਕਰਾਂਗੇ ਸਾਡੇ ਕੋਲ ਇਹਦਾ ਰੈਸੀਪ੍ਰੋਕਲ ਉਲਟ ਕਰਮ ਹੋ ਜਾਏਗਾ 100/15 ਹੋ ਜਾਏਗਾ। ਠੀਕ ਹੈ, तो ਹੁਣ ਅਸੀਂ 3000 ਨੂੰ 15 ਤੇ ਭਾਗ ਕਰ ਸਕਦੇ ਹਾਂ, 15 × 15, 15 दूना 30 ਹੁੰਦੇ ਨੇ, ਨਾਲ 2 0 200 ਆ ਜਾਏਗਾ। 200 ਨੂੰ 100 ਦੇ ਨਾਲ ਗੁਣਾ ਕਰਾਂਗੇ ਸਾਡੇ ਕੋਲ ਬਣ ਜਾਏਗਾ 20000। ਠੀਕ ਹੈ ਜੀ, तो x ਦੀ ਕੀਮਤ ਇਹਦਾ ਮਤਲਬ 20000 ਹੈ। ਕਹਿਣ ਦਾ ਭਾਵ ਹੈ ਕਿ ਫੈਮਿਲੀ ਦੀ ਜਿਹੜੀ ਇਨਕਮ ਹੈ ਉਹ 20000 ਹੈ। 20000 ਦੇ ਵਿੱਚੋਂ 15% ਭਾਵ 3000 ਰੁਪਏ ਉਹ ਜਿਹੜਾ ਸੇਵ ਕਰਦੇ ਨੇ, ਬਾਕੀ ਇਵੇਂ 10% 25% ਜਿਹੜਾ ਅਲੱਗ-ਅਲੱਗ ਚੀਜ਼ਾਂ ਤੇ ਉਹ ਖਰਚਾ ਆਉਂਦਾ। ਠੀਕ ਹੈ, तो ਇਹਦੇ ਵਿੱਚੋਂ ਜਿਹੜਾ B ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। B ਜਿਹੜਾ ਹੈ ਉਹ ਸਾਡੇ ਕੋਲ 18ਵੇਂ ਸਵਾਲ ਦਾ ਸਹੀ ਜਵਾਬ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ 19ਵਾਂ ਹੈ। 402 ਸਟੂਡੈਂਟਸ 402 students are asked to stand in rows by PT drill in which for PT drill in such a way that number of rows are same as number of students in each row. How many students are left behind who are unable to be adjusted in rows? तो 402 टोटल बच्चे ने
ਟੋਟਲ ਬੱਚਿਆਂ ਨੂੰ ਇਸ ਢੰਗ ਦੇ ਨਾਲ ਖੜੇ ਕਰਨਾ ਹੈ ਕਿ ਜਿੰਨੀਆਂ ਜਿਹੜੀਆਂ ਕਤਾਰਾਂ ਬਣਨ ਉਨੇ ਹੀ ਕਤਾਰਾਂ ਦੇ ਹਰ ਇੱਕ ਕਤਾਰ ਦੇ ਵਿੱਚ ਬੱਚੇ ਜਿਹੜੇ ਹੋਣੇ ਚਾਹੀਦੇ। ਵਿਦਿਆਰਥੀਆਂ ਨੂੰ ਪੀਟੀ ਲਈ ਇਸ ਤਰ੍ਹਾਂ ਕਤਾਰਾਂ ਵਿੱਚ ਖੜੇ ਹੋਣ ਲਈ ਕਿਹਾ ਜਾਂਦਾ ਹੈ ਕਿ ਕਤਾਰਾਂ ਦੀ ਗਿਣਤੀ ਹਰੇਕ ਕਤਾਰ ਦੇ ਵਿਦਿਆਰਥੀਆਂ ਦੀ ਗਿਣਤੀ ਦੇ ਸਮਾਨ ਹੋਵੇ। ਕਿੰਨੇ ਵਿਦਿਆਰਥੀ ਪਿੱਛੇ ਰਹਿ ਗਏ ਹਨ ਜੋ ਕਤਾਰਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ। ਤੋ ਇਹਦੇ ਤੋਂ ਇੱਕ ਤਾਂ ਸਾਨੂੰ ਸਿੱਧਾ ਸਿੱਧਾ ਸਮਝ ਆਉਂਦਾ ਹੈ ਜਿਹੜਾ ਨੰਬਰ ਹੈ ਸਾਡੇ ਕੋਲ 402, ਇਹਦੇ ਨੇੜੇ ਇੱਕ ਨੰਬਰ ਹੈ 400। 400 ਜਿਹੜਾ ਨੰਬਰ ਹੈ ਉਹ ਸਾਡੇ ਕੋਲ ਪੂਰਨ ਵਰਗ ਹੈ, 20 ਦਾ ਵਰਗ ਹੈ। ਕਹਿਣ ਦਾ ਭਾਵ ਹੈ ਜੇ 20 ਬੱਚੇ 20 ਲਾਈਨਾਂ ਬਣਾਉਣ ਤੇ ਹਰ ਇੱਕ ਲਾਈਨ ਦੇ ਵਿੱਚ ਸਾਡੇ ਕੋਲ 20 ਸਟੂਡੈਂਟ ਹੋਣ ਤਾਂ ਸਾਡੇ ਕੋਲ 400 ਬੱਚਾ ਜਿਹੜਾ ਐਡਜਸਟ ਹੋ ਜਾਏਗਾ, 2 ਬੱਚੇ ਜਿਹੜੇ ਪਿੱਛੇ ਬਚ ਜਾਣਗੇ। ਠੀਕ ਹੈ, ਉਹ ਜਿਹੜੇ 2 ਬੱਚੇ ਆ ਉਹ ਕਿਸੇ ਵੀ ਲਾਈਨ ਦੇ ਵਿੱਚ ਨਹੀਂ ਆਣਗੇ। ਤਾਂ ਇਹੀ ਇਹਨਾਂ ਨੇ ਪੁੱਛਿਆ ਹੋਇਆ। ਔਰ ਇਹਨੂੰ ਵੈਸੇ ਜੇ ਕਰਨਾ ਹੋਵੇ ਤਾਂ ਆਪਾਂ ਕਿਵੇਂ ਕਰ ਸਕਦੇ ਹਾਂ, 402 ਨੂੰ ਅਸੀਂ ਵੰਡ ਵਿਧੀ ਦੇ ਨਾਲ ਕਰਾਂਗੇ। ਤੋ ਇਹਦੇ ਵਿੱਚ ਪਿੱਛੋਂ 2 ਦਾ ਇੱਕ ਪੇਅਰ ਹੋ ਜਾਏਗਾ, 4 ਦਾ 2 ਨਾਲ ਕਰਾਂਗੇ, 2 ਦੂਣੀ 4 ਸਾਡੇ ਕੋਲ ਇਹ ਹੋ ਜਾਏਗਾ। ਠੀਕ ਹੈ, ਇੱਥੇ ਸਾਡੇ ਕੋਲ 0 ਆ ਜਾਂਦਾ ਹੈ। ਇੱਥੇ ਸਾਡੇ ਕੋਲ 4 ਦਾ ਜਿਹੜਾ ਹੈ 2 ਦਾ ਡਬਲ ਹੈ ਉਹ ਆਪਣੇ ਕੋਲ ਇੱਥੇ 4 ਆ ਜਾਏਗਾ। ਠੀਕ ਹੈ, ਤੋ ਇਸ ਤੋਂ ਬਾਅਦ ਉੱਪਰੋਂ ਅਸੀਂ 2 ਸੰਖਿਆਵਾਂ ਇਹ ਉਤਾਰਦੇ ਹਾਂ 0 2, ਪਰ ਅਸੀਂ ਦੇਖਦੇ ਹਾਂ ਕਿ ਇਹ ਸੰਖਿਆ ਜਿਹੜੀ ਪਹਿਲਾਂ ਹੀ 4 ਤੋਂ ਘੱਟ ਹੈ। ਤੋ 4 ਨੂੰ ਅਸੀਂ 0 ਦੇ ਨਾਲ ਹੀ ਗੁਣਾ ਕਰਾਂਗੇ ਇੱਥੇ, ਕਿਉਂਕਿ ਅਗਰ ਇੱਕ ਵੀ ਅਸੀਂ ਇੱਥੇ ਲਿਆ, ਇੱਕ ਨੂੰ ਇੱਕ ਰੱਖਿਆ, 41 ਨੂੰ 1 ਨਾਲ ਗੁਣਾ ਕੀਤਾ, ਉਹ ਵੀ ਸਾਡੇ ਕੋਲ 2 ਨਾਲੋਂ ਵੱਧ ਜਾਏਗਾ। ਤਾਂ 0 ਨਾਲ ਹੀ ਗੁਣਾ ਕਰਨਾ ਪਏਗਾ, ਇੱਥੇ ਵੀ ਸਾਡੇ ਕੋਲ 0 ਆਏਗਾ। ਠੀਕ ਹੈ, ਤਾਂ ਬਾਕੀ ਸਾਡੇ ਕੋਲ ਜਿਹੜਾ 2 ਬਚ ਜਾਏਗਾ। ਇਹ ਉਹ 2 ਬੱਚੇ ਐਕਸਟਰਾ ਨੇ ਜਿਹੜੇ ਕਿ ਸਾਡੇ ਕੋਲ ਰੋਜ਼ ਤੋਂ ਕਤਾਰਾਂ ਤੋਂ ਬਾਹਰ ਰਹਿ ਜਾਣਗੇ। ਤੇ ਇਹ 20 ਸੰਖਿਆ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਸਾਡੇ ਕੋਲ 20 ਕਤਾਰਾਂ ਬਣਨਗੀਆਂ ਤੇ ਹਰ ਇੱਕ ਕਤਾਰ ਦੇ ਵਿੱਚ 20 ਬੱਚੇ ਹੋ ਸਕਦੇ। ਉਹਦੇ ਨਾਲ 400 ਬੱਚੇ ਜਿਹੜੇ ਐਡਜਸਟ ਹੋ ਜਾਣਗੇ, ਬਟ 2 ਬੱਚੇ ਜਿਹੜੇ ਹੈ ਉਹ ਸਾਡੇ ਕੋਲ ਉਹਦੇ ਵਿੱਚ ਰਹਿ ਜਾਣਗੇ। ਠੀਕ ਹੈ, तो इस सवाल का जो सही जवाब है वो साढ़े कोल है उत्तर डी पार्ट जो बिल्कुल सही है। इस तो बाद 20वां सवाल है साढ़े कोल, विच ऑफ द फॉलोइंग इज अ रॉन्ग स्टेटमेंट। इन्हां कथनां विचों किहड़ा कथन सही नहीं है। 0 इज अ रैशनल नंबर, 0 एक परमेय संख्या है, एक कथन जिहड़ा सही है। 27 इज अ फैक्टर ऑफ 3। 27 3 का गुणनखंड है, गलत। 27 3 का गुणज है, 3 जिहड़ा 27 का गुणनखंड है। तो ये कथन जड़ा सही नहीं है। बाकी भी आप पहला देख लेने 225 का वर्गमूल 15, ये भी बिल्कुल ठीक है। 7 इज अ फैक्टर ऑफ 56, 7 जड़ा 56 का गुणनखंड है, ये भी ठीक है। तो बी जड़ा साडे कोल कथन है ये सही नहीं है। तो इस सवाल का जड़ा उत्तर है वो साडे कोल बी है। ठीक है, तो ये साडे कोल लास्ट क्वेश्चन सगा अज दे टेस्ट का। 40 मिनट का वैसे सो ये साडे कोल लास्ट क्वेश्चन सी अज दे टेस्ट का। तो मैनूं उम्मीद है कि हर एक क्वेश्चन नूं तुसीं बहुत ढंग दे नाल देखिया होएगा, क्योंकि असी ये वाले क्वेश्चनस दे विच सिर्फ जिहड़ियां ऑप्शनस देनियां है, इसलिए इनू मैं ज़्यादा विस्तार दे नाल करन दी कोशिश नहीं की किसी भी क्वेश्चन नूं, पर समझाउण दी कोशिश जरूर की है। तो कुछ क्वेश्चन दे विच आपां थोड़े बहुते शॉर्टकट भी यूज़ किए हैं ताकि ईजीली आंसर जिहड़ा असीं वो पता कर सकीए। ठीक है स्टूडेंट्स, तो ये सारे क्वेश्चन तुसीं बहुत ध्यान दे नाल जिहड़े तैयार करने ने, एक बार 2 बार इनू देखो, कोई किते लगदा है कोई मिसटेक हो गई है जां कोई किसी ढंग दी कोई डाउट है, कोई चीज़ नहीं समझ आती तो तुसीं कमेंट बॉक्स दे विच कमेंट करके दस सकदे हो। जेकर वीडियो का तुहानूं फायदा होंदा है वीडियो लैसन का, फिर भी जरूर कमेंट बॉक्स के जरा कमेंट करके जरूर दसना है। ठीक है स्टूडेंट्स, तो ये नाल ही अज का लैसन जो खत्म होंदा है। इस तो बाद फिर नैक्सट वीडियो के किते फिर अगले वीडियो लैसन के नाल फिर मिलांगे। उदों तक सत श्री अकाल।